ਸੁਖਮਣੀ ਸਾਹਿਬ ਦੀ 18ਵੀਂ ਅਸ਼ਟਪਦੀ ਵਿੱਚ ਅੱਜ ਦੇ ਇਸ ਪ੍ਰਸੰਗ ਵਿੱਚ ਆਪਾਂ 4 ਅੰਕ ਅਖੀਰਲੇ ਵਿਚਾਰਨ ਦਾ ਯਤਨ ਕਰਾਂਗੇ। ਜਿਵੇਂ ਕਿ ਇਸ ਸ਼ਲੋਕ ਵਿੱਚ ਔਰ ਅਸ਼ਟਪਦੀ ਵਿੱਚ ਸਤਿਗੁਰੂ ਦੀ ਮਹਿਮਾ ਪੂਰੇ ਗੁਰੂ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਉਹ ਸਿੱਖ ਦਾ ਉਧਾਰ ਕਿਵੇਂ ਕਰਦਾ ਹੈ। ਕੁਝ ਅੰਕਾਂ ਵਿੱਚ ਸਿੱਖ ਵੱਲੋਂ ਨਿਭਾਈ ਜਾਣ ਵਾਲੀ ਡਿਊਟੀ ਦਾ ਜ਼ਿਕਰ ਵੀ ਆਉਂਦਾ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਕੱਲ ਵਿਚਾਰੀਆਂ ਸਨ। ਅੱਜ ਦੇ 4 ਅੰਕਾਂ ਵਿੱਚ ਜਿਸ ਸਿੱਖ ਤੇ ਗੁਰੂ ਦੀ ਬਖਸ਼ਿਸ਼ ਹੋ ਗਈ, ਜਿਸ ਨੂੰ ਗੁਰੂ ਨੇ ਚੁਣ ਲਿਆ ਹੈ, ਗੁਰੂ ਦੀ ਦ੍ਰਿਸ਼ਟੀ ਵਿੱਚ ਜਿਹੜਾ ਸਿੱਖ ਆ ਗਿਆ, ਉਹਦੇ ਜੀਵਨ ਦੇ ਵਿੱਚ ਕਿਵੇਂ ਦੀ ਅਵਸਥਾ ਹੈ, ਇਹਦਾ ਵਰਣਨ ਅੱਜ ਦੇ 4 ਅੰਕਾਂ ਵਿੱਚ ਕੀਤਾ ਗਿਆ ਹੈ। ਜਿਉਂ ਹੀ ਗੁਰੂ ਦੀ ਕਿਰਪਾ ਸਿੱਖ ਤੇ ਵਰਸਦੀ ਹੈ ਤੇ ਉਹ ਇੱਕ ਚੀਜ਼ ਆਪਣੇ ਅੰਦਰ ਵੇਖਦਾ ਹੈ, ਮਹਿਸੂਸ ਕਰਦਾ ਹੈ ਕਿ ਜਿਸ ਪਰਮਾਤਮਾ ਦੀ ਮੈਂ ਉਸਤਤ ਕਰਨੀ ਹੈ, ਕਿਹੜੇ ਕਿਹੜੇ ਗੁਣ ਦੀ ਉਸਤਤ ਕਰਾਂ। ਬੇਅੰਤਤਾ ਸਾਹਮਣੇ ਆ ਗਈ, ਵਡਿਆਈ ਦੇ ਉਸਤਤ ਦੇ ਅੰਬਾਰ ਉਹਦੇ ਸਾਹਮਣੇ ਲੱਗ ਗਏ। ਇਸ ਕਰਕੇ ਤੁਸੀਂ ਕਈ ਵਾਰੀ ਵੇਖੋਗੇ ਗੁਰਬਾਣੀ ਵਿੱਚ ਕਿਤੇ ਕਿਤੇ ਇੱਕੋ ਪੰਕਤੀ ਨੂੰ ਗੁਰੂ ਸਾਹਿਬ ਵੱਲੋਂ ਵਾਰ-ਵਾਰ ਦੁਹਰਾਇਆ ਗਿਆ, ਵਾਰ-ਵਾਰ ਕਿਹਾ ਗਿਆ। ਗੁਰਬਾਣੀ ਦੇ ਵਿੱਚ ਵੀ ਕਈ ਸ਼ਬਦ ਆਉਂਦੇ ਨੇ, ਇੱਕ ਲਫ਼ਜ਼ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਜਾਪ ਸਾਹਿਬ ਵਿੱਚ ਵਾਰ-ਵਾਰ ਨਮਸਤੰ ਨਮਸਤੰ ਕਿਹਾ ਜਾਂਦਾ ਹੈ। ਇਹਦਾ ਮਤਲਬ ਹੈ ਕਿ ਜਦੋਂ ਪ੍ਰਭੂ ਦੇ ਚਰਨਾਂ ਨਾਲ, ਰੱਬ ਦੇ ਚਰਨਾਂ ਨਾਲ ਸਾਂਝ ਬਣੀ ਸਿੱਖ ਦੀ, ਤੇ ਉਹਦੇ ਸਾਹਮਣੇ ਇੰਨਾ ਆਨੰਦ ਪੈਦਾ ਹੋਇਆ ਉਹਦੇ ਜੀਵਨ ਵਿੱਚ ਕਿ ਉਹ ਵਾਰ-ਵਾਰ ਜਿਵੇਂ ਨਸ਼ੇ ਵਿੱਚ ਕੋਈ ਨਿਸ਼ਈ ਇੱਕੋ ਗੱਲ ਨੂੰ ਦੁਹਰਾਉਂਦਾ ਹੈ। ਉਹਦੀ ਰਸਨਾ ਜਿਹੜੀ ਹੈ ਪੂਰੀ ਨਹੀਂ ਆਉਂਦੀ, ਕਹਿੰਦੇ ਛੋਟੀ ਰਹਿ ਜਾਂਦੀ ਹੈ। ਤਾਂ ਇੱਥੇ ਉਸ ਦਸ਼ਾ ਨੂੰ ਬਿਆਨ ਕਰ ਰਹੇ ਨੇ ਜਿੱਥੇ ਜਾ ਕੇ ਉਹ ਗੁਰਸਿੱਖ ਇੰਨੇ ਰਸ ਵਿੱਚ, ਆਨੰਦ ਵਿੱਚ ਚਲਾ ਜਾਂਦਾ ਹੈ ਕਿ ਉਹ ਰਸਨਾ ਦੁਆਰਾ ਪੂਰੀ ਉਸਤਤ ਨਹੀਂ ਕਰ ਸਕਦਾ, ਕਿਉਂਕਿ ਉਸਤਤ ਅਨੇਕ ਜੇਬਾ ਏਕ। ਜ਼ੁਬਾਨ ਛੋਟੀ, ਉਹਦੀ ਵਡਿਆਈ ਬਹੁਤ ਵੱਡੀ, ਬੇਅੰਤ। ਅਜੇ ਤਾਂ ਸਾਨੂੰ ਕੁਝ ਦਿਸਿਆ ਨਹੀਂ, ਅਜੇ ਤਾਂ ਸਾਨੂੰ ਆਪਣਾ ਆਪ ਵੀ ਦਿਸਿਆ ਨਹੀਂ, ਅਸੀਂ ਕੌਣ ਹਾਂ। ਬਾਹਰ ਬ੍ਰਹਿਮੰਡ ਵਿੱਚ ਕੀ ਇਹਦੇ ਬਾਰੇ ਤੇ ਜਾਣਨਾ ਹੀ ਕੀ ਹੈ, ਅੱਖ ਬੰਦ ਹੈ। ਤਾਂ ਗੁਰੂ ਪੂਰਾ ਜਿਹੜਾ ਨਾ, ਜਿਵੇਂ ਮੈਂ ਬੇਨਤੀ ਕਰਾਂ ਕਿ ਇੱਕ ਘਰ ਦੇ ਅੰਦਰ ਜ਼ਮੀਨ ਦੇ ਥੱਲੇ ਬਹੁਤ ਸਾਰੇ ਖਜ਼ਾਨੇ ਦੱਬੇ ਹੋਣ ਤੇ ਉੱਤੇ ਕੋਈ ਟੁੱਟੀ ਝੌਂਪੜੀ ਪਾ ਕੇ ਰਹਿੰਦਾ ਹੋਵੇ, ਕੰਗਾਲਤਾ ਵਿੱਚ, ਗਰੀਬੀ ਵਿੱਚ ਦਿਨ ਗੁਜ਼ਾਰਦਾ ਹੋਵੇ, ਤੇ ਜੇ ਉਹਨੂੰ ਕਿਹਾ ਜਾਵੇ ਵੀ ਤੇਰੇ ਘਰ ਵਿੱਚ ਬੜਾ ਕੁਝ ਹੈ, ਤੇ ਉਹ ਕਹੇਗਾ ਕਿੱਥੇ ਹੈ? ਕੁਝ ਵੀ ਨਹੀਂ, ਮਿੱਟੀ ਤੋਂ ਬਿਨਾਂ, ਟੁੱਟੀ ਝੌਂਪੜੀ ਤੋਂ ਬਿਨਾਂ ਕੱਖ ਵੀ ਨਹੀਂ। ਜਿੰਨਾ ਚਿਰ ਅਸੀਂ ਗੁਰੂ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ, ਉਨਾ ਚਿਰ ਸਾਨੂੰ ਆਪਣਾ ਜੀਵਨ ਇਸੇ ਤਰ੍ਹਾਂ ਲੱਗਦਾ ਜਿਵੇਂ ਮਿੱਟੀ ਦੇ ਢੇਰ ਤੇ ਬੈਠੇ ਹਾਂ, ਟੁੱਟੀ ਝੌਂਪੜੀ ਹੈ, ਇਹਦੇ ਵਿੱਚ ਕੱਖ ਵੀ ਨਹੀਂ। ਆਦਮੀ ਨੂੰ ਜੇ ਅੰਦਰੋਂ ਪੁੱਛਿਆ ਜਾਏ ਵੀ ਤੇਰਾ ਜੀਵਨ ਬੜਾ ਕੀਮਤੀ ਹੈ, ਗੁਰਬਾਣੀ ਕਹਿ ਰਹੀ, ਉਹ ਕਹੇਗਾ ਕੀਮਤੀ ਕਾਹਦਾ, ਕੁਝ ਵੀ ਨਹੀਂ ਹੈ। ਕਿਸੇ ਤਰ੍ਹਾਂ ਢੋ ਰਹੇ ਹਾਂ ਜ਼ਿੰਦਗੀ ਨੂੰ, ਦਿਨ ਅੱਗੇ ਧੱਕ ਰਹੇ ਹਾਂ। ਪਰ ਜੇ ਕੋਈ ਉਸ ਮਨੁੱਖ ਨੂੰ ਕਹਿ ਦੇ ਵੀ ਤੂੰ ਆਪਣੇ ਘਰ ਦੀ ਇਸ ਮਿੱਟੀ ਨੂੰ ਫੋਲ ਕੇ ਵੇਖ, ਇਸੇ ਜ਼ਮੀਨ ਦੇ ਥੱਲੇ ਖਜ਼ਾਨਾ ਦੱਬਿਆ ਹੈ, ਤੇ ਜਦੋਂ ਖਜ਼ਾਨੇ ਨੂੰ ਵੇਖ ਲੈਂਦਾ ਤੇ ਫਿਰ ਹੈਰਾਨ ਹੋ ਜਾਂਦਾ। ਫਿਰ ਖਜ਼ਾਨੇ ਤੋਂ ਅੱਗੇ ਖਜ਼ਾਨਾ ਲੱਭਦਾ ਜਾਂਦਾ, ਉਹਦੇ ਵਿੱਚੋਂ ਕਈ ਕੁਝ ਕੱਢ ਕੇ, ਖੋਦ ਕੇ ਉਹਦੇ ਵਿੱਚੋਂ ਪ੍ਰਾਪਤ ਕਰ ਲੈਂਦਾ। ਇਸੇ ਤਰ੍ਹਾਂ ਜਿੰਨਾ ਚਿਰ ਸਾਨੂੰ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਸੁੱਤੇ ਹੋਏ ਹਾਂ ਔਰ ਇਸ ਖਜ਼ਾਨੇ ਦੇ ਉੱਤੇ ਬੈਠ ਕੇ ਵੀ ਆਪਾਂ ਕੰਗਾਲ ਹਾਂ।
ਜੇ ਗੁਰੂ ਦੀ ਸਿੱਖਿਆ ਨੂੰ ਸੁਣ ਲਈਏ, ਜਿਹਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਜੀਵਨ ਵਿੱਚ ਹੀਰੇ ਜਵਾਹਰਾਤ ਤੇ ਬੜਾ ਕੁਝ ਭਰਿਆ ਪਿਆ, ਮਤ ਵਿੱਚ ਰਤਨ ਜਵਾਹਰ ਮਾਣਕ, ਬਹੁਤ ਕੁਝ ਹੈ ਤੇਰੇ ਜੀਵਨ ਵਿੱਚ। ਪਰ ਇਸ ਤਰ੍ਹਾਂ ਕੁਝ ਵੀ ਪਤਾ ਨਹੀਂ ਲੱਗੇਗਾ ਜਿਵੇਂ ਹਨੇਰੇ ਘਰ ਦੇ ਵਿੱਚ ਬੜਾ ਕੁਝ ਪਿਆ ਹੋਵੇ, ਅੱਖ ਵੀ ਕੋਲ ਹੋਵੇ ਵੇਖਣ ਵਾਲੀ, ਆਪਾਂ ਵਰਤਣਾ ਵੀ ਚਾਹੁੰਦੇ ਹਾਂ ਪਰ ਵਰਤ ਨਹੀਂ ਸਕਦੇ, ਕਿਉਂਕਿ ਉਹਦੇ ਵਿੱਚ ਲਾਈਟ ਨਹੀਂ ਹੈ, ਚਾਨਣ ਨਹੀਂ, ਬਲਬ ਨਹੀਂ, ਜਿਸ ਕਰਕੇ ਸਭ ਕੁਝ ਸਾਹਮਣੇ ਪਿਆ ਹੋਣ ਦੇ ਬਾਵਜੂਦ ਵੀ ਆਪਾਂ ਭੁੱਖੇ ਰਹਿੰਦੇ ਹਾਂ, ਖਾ ਨਹੀਂ ਸਕਦੇ ਉੱਥੋਂ ਰਸੋਈ ਵਿੱਚੋਂ ਕੁਝ ਲੈ ਕੇ, ਕਿਉਂਕਿ ਹਨੇਰਾ ਹੈ। ਤੇ ਜਿਉਂ ਹੀ ਉਹਦਾ ਸਵਿਚ ਆਨ ਹੁੰਦਾ ਜਗਦਾ ਲਾਈਟ, ਤੇ ਕਈ ਕੁਝ ਦਿਸ ਪੈਂਦਾ, ਹੈਰਾਨ ਹੋ ਜਾਂਦਾ ਵੀ ਇੱਥੇ ਤੇ ਬੜਾ ਕੁਝ ਸੀ, ਸਿਰਫ ਹਨੇਰੇ ਕਰਕੇ ਮੈਂ ਕੁਝ ਨਹੀਂ ਵੇਖ ਸਕਿਆ। ਇਸੇ ਤਰ੍ਹਾਂ ਪੂਰਾ ਗੁਰੂ ਚਾਨਣ ਦਿੰਦਾ ਸਿੱਖ ਨੂੰ, ਉਹਨੂੰ ਜਗਾ ਦਿੰਦਾ, ਉਹਦੀ ਅੱਖ ਖੋਲ ਦਿੰਦਾ। ਤਾਂ ਹੀ ਸਤਿਗੁਰੂ ਨੇ ਕਿਹਾ ਕਿ ਗੁਰੂ ਕੋਲੋਂ ਤੂੰ ਆਪਣੇ ਮਨ ਦਾ ਬੁੱਝਿਆ ਹੋਇਆ ਦੀਵਾ ਜਗਾ, ਜਿਹੜਾ ਬੁੱਝਿਆ ਭਰਮ ਵਿੱਚ, ਮੋਹ ਵਿੱਚ, ਸੰਸਾਰ ਦੇ ਵਿੱਚ, ਉਹਨੂੰ ਜਿੱਦਣ ਜਗਾ ਲਏਗਾ ਤੈਨੂੰ ਜੀਵਨ ਦੇ ਅਸਲੀ ਅਰਥ ਪਤਾ ਲੱਗਣਗੇ, ਤੂੰ ਕੌਣ ਹੈ। ਤੈਨੂੰ ਉਸ ਦਿਨ ਹੈਰਾਨੀ ਹੋਏਗੀ ਕਿ ਤੂੰ ਇੱਕ ਛੋਟਾ ਜਿਹਾ ਤੁਰਦਾ ਫਿਰਦਾ ਰੱਬ ਹੈ। ਉਹ ਸਾਰੀਆਂ ਕਲਾ ਤੇਰੇ ਵਿੱਚ ਨੇ ਜਿਹੜੀਆਂ ਪ੍ਰਭੂ ਅਕਾਲ ਪੁਰਖ ਵਿੱਚ ਨੇ, ਕਿਉਂਕਿ ਪਿਤਾ ਦੇ ਉੱਪਰ ਹੀ ਪੁੱਤਰ ਜਾਂਦਾ ਹੈ। ਜਿਵੇਂ ਦਾ ਪਿਤਾ ਹੈ, ਪਿਤਾ ਵਾਲੇ ਸਾਰੇ ਗੁਣ ਪੁੱਤਰ ਦੀ ਬਾਡੀ ਵਿੱਚ, ਉਹਦੇ ਸਰੀਰ ਵਿੱਚ ਹੁੰਦੇ ਨੇ। ਇਸੇ ਤਰ੍ਹਾਂ ਇਹ ਰਾਮ ਕੀ ਅੰਸ਼, ਪ੍ਰਭੂ ਦੀ ਅੰਸ਼ ਹਾਂ ਅਸੀਂ ਸਾਰੇ, ਉਹਦੇ ਵਿੱਚੋਂ ਜਨਮੇ ਹਾਂ, ਤੇ ਸਾਰਾ ਕੁਝ ਜੋ ਕੁਝ ਰੱਬ ਵਿੱਚ ਹੈ ਉਹ ਸਾਡੇ ਵਿੱਚ ਉਹਨੇ ਪਾਇਆ। ਪਰ ਜਿੰਨਾ ਚਿਰ ਅਸੀਂ ਜਾਗਦੇ ਨਹੀਂ, ਸਤਿਗੁਰਾਂ ਦੀ ਸਿੱਖਿਆ ਪ੍ਰਾਪਤ ਨਹੀਂ ਕਰਦੇ, ਉਹਨਾਂ ਚਿਰ ਅਸੀਂ ਸੁੱਤੇ ਰਹਿੰਦੇ ਹਾਂ, ਔਰ ਸਭ ਕੁਝ ਹੁੰਦਿਆਂ ਵੀ ਕੇਵਲ ਮਾਸ ਮਿੱਟੀ ਦੇ ਸਰੀਰ ਤੇ ਪਦਾਰਥਾਂ ਦੇ ਵਿੱਚ ਖੁੱਭੇ ਰਹਿੰਦੇ ਹਾਂ, ਔਰ ਅਸਲੀ ਤੱਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸਤਿਗੁਰੂ ਇਸੇ ਕਰਕੇ ਬਚਨ ਕਹਿੰਦੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤੂੰ ਪੂਰੇ ਗੁਰੂ ਦੀ ਇੱਕ ਸਿੱਖਿਆ ਪਹਿਲਾਂ ਸੁਣ, ਬਾਕੀ ਦੀਆਂ ਫਿਰ ਸੁਣ ਲੈ, ਕਿਉਂਕਿ ਅੱਗੇ ਸਿੱਖਿਆਵਾਂ ਬਹੁਤ ਸਾਰੀਆਂ ਨੇ, ਉਹਨਾਂ ਨੂੰ ਆਪਾਂ ਸਾਰੀਆਂ ਨੂੰ ਸਮਝ ਨਹੀਂ ਸਕਦੇ। ਇਸ ਕਰਕੇ ਸਭ ਤੋਂ ਪਹਿਲਾਂ ਸਿੱਖ ਨੂੰ ਕਿਹਾ ਵੀ ਇੱਕ ਸਿੱਖਿਆ ਤੂੰ ਸੁਣ, ਤੇ ਉਹਨੂੰ ਪਹਿਲਾਂ ਕਮਾ ਲੈ। ਇੱਕ ਇੱਕ ਲੈਸਨ ਕਰਕੇ ਜਿਹੜਾ ਵਿਦਿਆਰਥੀ ਬਹੁਤ ਵੱਡੀ ਵਿਦਿਆ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਇੱਕੋ ਦਿਨ ਸਾਰੇ ਲੈਸਨ ਨਹੀਂ ਪੜ੍ਹਦਾ, ਇੱਕ ਇੱਕ ਲੈਸਨ ਕਰਕੇ ਰੋਜ਼ ਕਰਦਾ ਹੈ, ਤੇ ਕਈ ਸਾਲ ਇੱਕ ਇੱਕ ਕਰਕੇ ਇੱਕ ਥਾਂ ਤੇ ਪਹੁੰਚ ਜਾਂਦਾ ਹੈ, ਜਿੱਥੇ ਉਹ ਹਜ਼ਾਰਾਂ ਪ੍ਰਕਾਰ ਦੀਆਂ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਕੋਖ ਸਕਦਾ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਪਹਿਲਾਂ ਤੈਨੂੰ ਹੋਰ ਕੋਈ ਸਿੱਖਿਆ ਨਹੀਂ ਦਿੰਦਾ, ਭਾਵੇਂ ਕਿ ਹੋਰ ਵੀ ਕਈ ਸਿੱਖਿਆਵਾਂ ਨੇ, ਪਹਿਲਾਂ ਇੱਕੋ ਸਿੱਖਿਆ ਦਿੱਤੀ ਕਿ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਸਿੱਖਿਆ ਜੇ ਸਿੱਖ ਨੇ ਸੁਣ ਲਈ, ਉਹ ਕਿਹੜੀ ਹੈ? ਉਹ ਸਿੱਖਿਆ ਹੈ ਕਿ ਅਰਦਾਸ ਕਰ ਰੱਬ ਦੇ ਚਰਨਾਂ ਵਿੱਚ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭ ਤੋਂ ਸਿੱਖਿਆ ਪਹਿਲੀ ਹੈ, ਇਹਨੂੰ ਧਾਰਨ ਕਰ, ਇਹਦੇ ਵਿੱਚੋਂ ਫਿਰ ਹੋਰ ਕਈ ਚੀਜ਼ਾਂ ਸਰਲ ਹੋ ਜਾਣਗੀਆਂ, ਸਾਫ਼ ਹੋ ਜਾਣਗੀਆਂ। ਤਾਂ ਇੱਥੇ ਸਤਿਗੁਰੂ ਕਹਿ ਰਹੇ ਨੇ, ਉਸ ਅਵਸਥਾ ਵਿੱਚ ਜਿੱਥੇ ਜਾ ਕੇ ਉਹਦੀ ਵਡਿਆਈ, ਬੇਅੰਤ ਖਜ਼ਾਨੇ ਉਹਦੇ ਨਾਮ ਦੇ ਪ੍ਰਗਟ ਹੋ ਜਾਂਦੇ ਹਨ ਗੁਰੂ ਦੀ ਕਿਰਪਾ ਦੁਆਰਾ, ਤੇ ਮਨੁੱਖ ਹੈਰਾਨ ਹੋ ਜਾਂਦਾ ਹੈ। ਉਹਦੀ ਰਸਨਾ ਤੋਂ ਆਪ ਮੁਹਾਰੇ ਇਹ ਸ਼ਬਦ ਨਿਕਲਦੇ ਹਨ, ਜਿਹਦੇ ਵਿੱਚ ਸਾਹਿਬ ਕਹਿੰਦੇ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਆ ਮਾਸ ਮਿੱਟੀ ਦਾ ਜੀਵਨ ਇਸ ਤਰ੍ਹਾਂ ਹੀ ਲੱਗਦਾ ਸੀ, ਕੱਖ ਨਹੀਂ ਸੀ ਦਿਸਦਾ ਇਹਦੇ ਵਿੱਚ, ਪਰ ਇਹ ਤੇ ਰਤਨਾ ਤੇ ਹੀਰਿਆਂ ਦੀ ਖਾਣ ਸੀ ਇੱਕ। ਇਹਨੂੰ ਜਦੋਂ ਪੂਰੇ ਗੁਰੂ ਨੇ ਸਿਰ ਤੇ ਹੱਥ ਰੱਖ ਕੇ ਵਿਖਾ ਦਿੱਤਾ, ਤੇ ਫਿਰ ਸਾਹਿਬ ਕਹਿੰਦੇ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਪਰ ਇਹ ਰਤਨ ਕਿਹਨਾਂ ਨੂੰ ਮਿਲੇ ਨੇ? ਹਜੂਰ ਕਹਿੰਦੇ, ਬਾਣੀ ਗੁਰ ਬਾਣੀ ਲਾਗੇ, ਤਿੰਨ ਹੱਥ ਚੜਿਆ ਰਾਮ। ਜਿਹੜੇ ਗੁਰੂ ਕੀ ਬਾਣੀ ਨਾਲ ਜੁੜੇ, ਉਹਨਾਂ ਦੇ ਹੱਥ ਤੇ ਹੀਰਾ ਚੜ ਗਿਆ ਨਾਮ ਦਾ, ਬਾਕੀ ਵਾਂਝੇ ਰਹਿ ਗਏ। ਸਾਹਿਬ ਕਹਿੰਦੇ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ।
ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਕਹਿੰਦੇ ਵੇਖਿਆ ਕਿ ਭਗਤੀ ਦੇ ਖਜ਼ਾਨੇ ਅੰਦਰ ਭਰੇ ਪਏ ਨੇ, ਵਾਂਝੇ ਸਾਂ ਸਿਰਫ ਦਿਸਦਾ ਨਹੀਂ ਸੀ। ਇਹ ਸਤਿਗੁਰੂ ਕਹਿ ਰਹੇ ਨੇ। ਤੇ ਕਿੱਥੋਂ ਮਿਲਿਆ ਫਿਰ ਸਾਰਾ ਕੁਝ? ਹੋਰ ਕਿਸੇ ਥਾਂ ਤੋਂ ਨਹੀਂ ਲੱਭਿਆ। ਫਿਰ ਸਿੱਖ ਨੇ ਬੇਨਤੀ ਕਰਕੇ ਪੁੱਛਿਆ ਵੀ ਇਹ ਜਿਹੜਾ ਰਤਨ ਤੁਸੀਂ ਕਹਿ ਰਹੇ ਹੋ ਬੜਾ ਕੀਮਤੀ ਹੈ, ਨਾਮ ਦਾ ਹੀਰਾ, ਇਹ ਤੁਹਾਨੂੰ ਕਿੱਥੋਂ ਲੱਭਾ? ਕਿਹੜੇ ਪਾਸਿਓਂ, ਕਿਹੜੇ ਥਾਂ ਤੇ ਗਏ, ਕਿਹੜੇ ਧਾਰਮਿਕ ਥਾਂ ਤੋਂ ਲੱਭਿਆ? ਤੇ ਹਜ਼ੂਰ ਉਹਦਾ ਜਵਾਬ ਦਿੰਦੇ ਕਹਿੰਦੇ, ਸਮੁੰਦ ਵਿਰੋਲ ਸਰੀਰ ਹਮ ਦੇਖਿਆ। ਕਹਿੰਦੇ ਹੋਰ ਕੁਝ ਨਹੀਂ ਅਸੀਂ ਖੋਜਿਆ, ਆਪਣੇ ਸਮੁੰਦਰ ਸਰੀਰ ਨੂੰ ਖੋਜਿਆ। ਸਰੀਰ ਦੀ ਵਿਚਾਰ ਕੀਤੀ ਸਭ ਤੋਂ ਪਹਿਲਾਂ, ਬਾਹਰੋਂ ਸ਼ੁਰੂ ਕੀਤੀ। ਇੱਥੋਂ ਇਹਦੀ ਖੋਜ ਸ਼ੁਰੂ ਹੁੰਦੀ। ਪਹਿਲਾਂ ਮਨੁੱਖ ਆਪਣੇ ਸਰੀਰ ਦੇ ਇੰਦਰੀਆਂ ਨੂੰ ਖੋਜਦਾ ਹੈ ਕਿ ਮੇਰੇ ਸਰੀਰ ਦੇ ਇੰਦਰੀ ਕਿਵੇਂ ਚੱਲ ਰਹੇ ਨੇ, ਮੈਂ ਵੇਖਦਾ ਕਿਵੇਂ ਆ, ਮੈਂ ਸੁਣਦਾ ਕੀ ਆ, ਮੈਂ ਬੋਲਦਾ ਕੀ ਆ, ਮੈਂ ਕੰਮ ਕਿਵੇਂ ਕਰਨਾ। ਇੱਥੋਂ ਸਰੀਰ ਦੀ ਵਿਚਾਰ ਸ਼ੁਰੂ ਹੋ ਗਈ। ਮੋਟੇ ਤੌਰ ਤੇ ਪਹਿਲਾਂ ਖੋਜ ਇੱਥੋਂ ਸ਼ੁਰੂ ਹੁੰਦੀ। ਪਹਿਲਾਂ ਬਾਹਰਲੀਆਂ ਚੀਜ਼ਾਂ ਗੁਰੂ ਦੇ ਅਨੁਸਾਰ ਹੋਣਗੀਆਂ, ਉਹ ਗੱਲ ਸਾਧ ਸੰਗਤ ਅੰਦਰ ਦੀ ਬਹੁਤ ਵੱਖਰੀ, ਉਹਦੀ ਕੋਈ ਵਿਆਖਿਆ ਨਹੀਂ ਹੁੰਦੀ। ਇਸ ਕਰਕੇ ਪਹਿਲਾਂ ਕਿੱਥੋਂ ਖੋਜਿਆ? ਤੇ ਸਾਹਿਬ ਕਹਿੰਦੇ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਹੁਣ ਇੱਥੇ ਧਿਆਨ ਦਿਓ, ਇੱਥੇ ਦਿਖਾਈ ਕਿਹਾ ਹੈ, ਦੇਖੀ ਨਹੀਂ ਕਿਹਾ। ਬੜਾ ਵੱਡਾ ਫਰਕ ਹੈ ਦਿਖਾਈ ਵਿੱਚ ਤੇ ਦੇਖੀ ਵਿੱਚ, ਬੜਾ ਫਰਕ ਹੈ। ਦਿਖਾਈ ਦਾ ਮਤਲਬ ਕੋਈ ਵਿੱਚ ਹੋਰ ਹੈ ਜਿਹੜਾ ਦਿਖਾ ਰਿਹਾ, ਦੇਖੀ ਦਾ ਮਤਲਬ ਮੈਂ ਆਪ ਦੇਖ ਰਿਹਾ। ਇੱਥੇ ਦਿਖਾਈ ਸ਼ਬਦ ਤਾਂ ਵਰਤਿਆ ਹੈ, ਗੁਰੂ ਸਾਹਿਬ ਕਹਿੰਦੇ ਖੋਜ ਅਸੀਂ ਕੀਤੀ, ਵਿਖਾਈ ਪੂਰੇ ਗੁਰੂ ਨੇ। ਖੋਜ ਸਰੀਰ ਵਿੱਚੋਂ ਕਰਾਈ ਉਹਨੇ ਵੀ ਇੱਧਰ ਨੂੰ ਜਾ, ਇਸ ਪਾਸੇ ਦਾ ਧਿਆਨ ਰੱਖ, ਇੱਧਰ ਸਰੀਰ ਨੂੰ ਇਸ ਤਰ੍ਹਾਂ ਚਲਾ, ਪਰ ਵਿਖਾਇਆ ਗੁਰੂ ਨੇ ਆਪ ਨਹੀਂ ਦੇਖ ਸਕੇ। ਇੱਕ ਵਸਤ ਅਨੂਪ ਦਿਖਾਈ, ਤੇ ਉੱਥੇ ਇੱਕ ਹੋਰ ਵੀ ਭਰਮ ਮਿਟ ਗਿਆ। ਸਾਹਿਬ ਕਹਿੰਦੇ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਉੱਥੇ ਸਮਝ ਆ ਗਈ ਵੀ ਗੁਰੂ ਹੀ ਪਰਮਾਤਮਾ ਹੈ, ਹੋਰ ਕਿਹੜਾ ਰੱਬ ਲੱਭਾਂਗੇ। ਗੁਰੂ ਰੱਬ ਹੈ, ਸ਼ਬਦ ਹੀ ਪਰਮਾਤਮਾ ਹੈ, ਸਾਧ ਸੰਗਤ ਵਿੱਚ ਉਹ ਆਪ ਵਸਦਾ ਹੈ। ਇੱਥੋਂ ਮਿਲਿਆ। ਤਾਂ ਇਸ ਤਰ੍ਹਾਂ ਜਿਨ੍ਹਾਂ ਦੇ ਸਾਹਮਣੇ ਇਹ ਦਾਤ ਮਿਲੀ ਨਾ, ਕਿਉਂਕਿ ਕੱਲ ਦਾ ਵਿਸ਼ਾ ਇਹ ਤਾਂ ਸਮਝ ਆਉਂਦੀ ਅਸ਼ਟਪਦੀ ਜਿਨ੍ਹਾਂ ਨੇ ਸ਼ਾਮ ਨੂੰ ਸੁਣਿਆ ਹੋਵੇ, ਤਾਂ ਉਹਦੇ ਨਾਲ ਜੁੜਦਾ। ਇਹ ਸਿੱਖ ਦੀ ਹਾਲਾਤ ਹੈ ਜਿਹਦੇ ਤੇ ਬਖਸ਼ਿਸ਼ ਹੋਈ ਪੂਰੇ ਸਤਿਗੁਰੂ ਦੀ। ਉਹਦੇ ਬਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜਿਹਵਾ ਏਕ ਉਸਤਤ ਅਨੇਕ। ਉਹਦੇ ਕੋਲ ਜਿਹਵਾ ਇੱਕ ਹੁੰਦੀ ਏ, ਉਸਤ ਤਾਂ ਉਹਦੇ ਸਾਹਮਣੇ ਇੰਨੀਆਂ ਆ ਜਾਂਦੀਆਂ, ਦਿਨ ਰਾਤ ਕਰੀ ਜਾਂਦਾ, ਨਾ ਥੱਕਦਾ ਨਾ ਅੱਕਦਾ। ਨਾ ਉਸਤਤ ਪੁਰਾਣੀ ਹੁੰਦੀ, ਨਾ ਉਹਨੂੰ ਕੋਈ ਹੋਰ ਇਹਦੇ ਵਿੱਚ ਰੁਕਾਵਟ ਪੈਂਦੀ, ਨਾ ਉਹਦਾ ਗਿਆਨ ਖਤਮ ਹੁੰਦਾ ਹੈ। ਇਹ ਇਸ ਤਰ੍ਹਾਂ ਦੀ ਦਾਤ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਹਜ਼ੂਰ ਕਹਿੰਦੇ, ਸਤਿਪੁਰਖ ਪੂਰਨ ਵਿਵੇਕ। ਸਤਿਪੁਰਖ, ਸਾਡੇ ਅੰਦਰ ਇੱਕ ਸਤਿਪੁਰਖ ਹੈ ਜੋ ਸਦਾ ਕਾਇਮ ਰਹਿੰਦਾ, ਦੇਹ ਦੇ ਮਰਨ ਤੋਂ ਬਾਅਦ ਵੀ। ਉਹਦੇ ਵਿੱਚ ਇੱਕ ਬੜੀ ਵੱਡੀ ਚੀਜ਼ ਉਹਨੂੰ ਕਹਿੰਦੇ ਵਿਵੇਕ। ਸਾਡੇ ਵਿੱਚ ਵਿਵੇਕ, ਉਸ ਗੁਰਸਿੱਖ ਦੇ ਅੰਦਰ ਅਕਾਲ ਪੁਰਖ ਨਾਲ ਸਾਂਝ ਪਾ ਕੇ ਵਿਵੇਕ ਬੁੱਧੀ ਦੀ ਪ੍ਰਾਪਤੀ ਹੋਈ। ਵਿਵੇਕ ਬੁੱਧੀ ਦਾ ਮਤਲਬ ਹੈ ਲੋੜ ਵਾਲੀ ਚੀਜ਼ ਨੂੰ ਵਰਤ ਲੈਣਾ ਤੇ ਉਸ ਤੋਂ ਵੱਧ ਨਾ ਵਰਤਣਾ, ਉਹਨੂੰ ਵਿਵੇਕ ਬੁੱਧੀ ਕਹਿੰਦੇ ਨੇ। ਸਾਹਿਬ ਕਹਿੰਦੇ, ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਅਗੰਮ ਅਗੋਚਰ ਪ੍ਰਭ ਨਿਰਵਾਨੀ। ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਕਹਿ ਰਹੇ, ਕੋਈ ਮਨੁੱਖ ਬੋਲ ਕੇ ਜਾਂ ਸਮਝ ਕੇ ਜਾਂ ਆਪਣੀ ਕਮਾਈ ਨਾਲ ਉਹਦੇ ਨਾਲ ਸਾਂਝ ਨਹੀਂ ਪਾ ਸਕਦਾ। ਇਹ ਬੜਾ ਵੱਡਾ ਮੁੱਦਾ ਹੈ ਇਸ ਰਾਹ ਦਾ। ਇਹਦੇ ਵਿੱਚ ਗੁਰੂ ਚਾਹੀਦਾ ਹੈ। ਗੁਰੂ ਤੋਂ ਬਿਨਾਂ ਸਾਂਝ ਨਹੀਂ ਬਣਦੀ, ਸਮਝਣ ਨਾਲ, ਬੋਲਣ ਨਾਲ, ਪੜ੍ਹਨ ਨਾਲ। ਹਜ਼ੂਰ ਕਹਿੰਦੇ ਨੇ, ਕਾਹੂ ਬੋਲ। ਕੋਈ ਮਨੁੱਖ ਕਿੰਨਾ ਵੀ ਚੰਗਾ ਬੋਲ ਕੇ ਯਤਨ ਕਰੇ ਉਹਦੇ ਤੱਕ ਆਵਾਜ਼ ਪਹੁੰਚਾਉਣ ਦਾ, ਨਹੀਂ ਪਹੁੰਚ ਸਕਦਾ, ਕਿਉਂਕਿ ਉਹ ਵਾਹਿਗੁਰੂ ਅਗੰਮ ਹੈ। ਅਗੰਮ ਦਾ ਮਤਲਬ ਉਹਦੇ ਤੱਕ ਜਾਇਆ ਨਹੀਂ ਜਾ ਸਕਦਾ। ਅਗੋਚਰ, ਸਾਡੇ ਸਰੀਰ ਦੀਆਂ ਇੰਦਰੀਆਂ ਤੋਂ ਪਕੜ ਤੋਂ ਪਰੇ ਹੈ। ਪ੍ਰਭ ਨਿਰਬਾਨੀ, ਨਿਰਬਾਨ ਰਹਿੰਦਾ, ਭਾਵ ਸੰਸਾਰ ਤੋਂ ਉੱਚਾ ਹੈ। ਫਿਰ ਕਹਿੰਦੇ, ਨਿਰਾਹਾਰ ਨਿਰਵੈਰ ਸੁਖਦਾਈ।
ਨਿਰਾਹਾਰ ਦੇ ਅਰਥ ਨੇ ਨਿਰ ਆਹਾਰ, ਆਹਾਰ ਦੇ ਅਰਥ ਨੇ ਖਾਣਾ ਪੀਣਾ। ਉਹ ਖਾਂਦਾ ਕੁਝ ਨਹੀਂ, ਉਸ ਨੂੰ ਖਵਾ ਕੇ ਵੀ ਆਪਣੇ ਬਲੇਟੇ ਵਿੱਚ ਨਹੀਂ ਲਿਆ ਜਾ ਸਕਦਾ, ਬੜਾ ਬੇਪਰਵਾਹ ਹੈ। ਨਿਰਾਹਾਰ, ਨਿਰਾਹਾਰ ਨਿਰਜੁਰ ਨਿੰਦਰਾ ਬਿਨ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਸਾਡਾ ਰੱਬ ਹੈ, ਕਹਿੰਦੇ ਨਿਰ ਆਹਾਰ ਹੈ, ਖਾਂਦਾ ਨਹੀਂ ਕੁਝ। ਇਸ ਕਰਕੇ ਨਿਰਜੁਰ, ਨਿਰਜੁਰ ਦਾ ਮਤਲਬ ਹੈ, ਜੁਰ ਦਾ ਮਤਲਬ ਹੈ ਤਾਪ ਬੁਖਾਰ, ਜਵਰ ਤੋਂ ਬਣਿਆ ਜੁਰ। ਉਹਨੂੰ ਕਹਿੰਦੇ ਬੁਖਾਰ ਨਹੀਂ ਚੜ੍ਹਦਾ, ਉਹਨੂੰ ਤਾਪ ਨਹੀਂ ਚੜ੍ਹਦਾ। ਨਿਰਾਹਾਰ ਨਿਰਜੁਰ ਨਿੰਦਰਾ ਬਿਨ, ਫਿਰ ਉਹਨੂੰ ਨੀਂਦ ਵੀ ਨਹੀਂ ਆਉਂਦੀ। ਇਸ ਤਰ੍ਹਾਂ ਦਾ ਉਹਦਾ ਰਹਿਣ ਸਹਿਣ ਹੈ। ਇੱਥੇ ਕਹਿੰਦੇ ਨਿਰਾਹਾਰ ਨਿਰਵੈਰ, ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਸੁਖਦਾਈ, ਇਸ ਕਰਕੇ ਉਹ ਸਦਾ ਸੁਖ ਵਿੱਚ ਰਹਿੰਦਾ। ਸਾਹਿਬ ਕਹਿੰਦੇ ਤਾਂ ਕੀ ਕੀਮਤ ਕਿਨੈ ਨਾ ਪਾਈ। ਇਸ ਕਰਕੇ ਉਸ ਵਾਹਿਗੁਰੂ ਦੀ ਕੀਮਤ ਕਿਸੇ ਵੀ ਤਰੀਕੇ ਨਾਲ ਪਾਈ ਨਹੀਂ ਜਾ ਸਕਦੀ। ਸਾਹਿਬ ਤਾਂ ਹੀ ਬਚਨ ਕਹਿੰਦੇ ਨਾਨਕ ਕਾਗਦ ਲੱਖ ਮਣਾ ਪੜ੍ਹ ਪੜ੍ਹ ਕੀਚੈ ਭਾਉ। ਜੇ ਕੋਈ ਮਨੁੱਖ ਆਪਣੇ ਘਰ ਵਿੱਚ ਲੱਖਾਂ ਮਣ ਕਿਤਾਬਾਂ ਇਕੱਠੀਆਂ ਕਰ ਲਵੇ, ਨਾਨਕ ਕਾਗਦ ਲੱਖ ਮਣਾ ਪੜ੍ਹ ਪੜ੍ਹ ਕੀਚੈ ਭਾਉ, ਤੇ ਪੜ੍ਹ ਪੜ੍ਹ ਕੇ ਉਹਨਾਂ ਨੂੰ ਸਮਝ ਲੈ, ਫਿਰ ਕਹਿੰਦੇ ਮਸੂ ਟੋਟ ਨਾ ਆਵਈ ਲੇਖਣ ਪਾਉਣ ਚਲਾਓ। ਸ਼ਾਇਦ ਹੀ ਉਹਦੇ ਕੋਲ ਕਮੀ ਨਾ ਹੋਵੇ ਤੇ ਕਲਮ ਹੋਵੇ ਉਹਦੇ ਕੋਲ ਹਵਾ ਦੀ, ਲੇਖਣ ਪਾਉਣ ਚਲਾਓ। ਫਿਰ ਵੀ ਹਜ਼ੂਰ ਕਹਿੰਦੇ ਵੀ ਤੇਰੀ ਕੀਮਤ ਨਾ ਪਵੈ ਹਉਕੇ ਵੱਡਿਆ ਖਾਨਾਓ। ਫਿਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਇੰਨਾ ਵੱਡਾ ਹੈ। ਫਿਰ ਕਹਿੰਦੇ ਪੰਖੀ ਹੋਏ ਕਹਿ ਜੇ ਭਾਵਾਂ ਸਹਿ ਅਸਮਾਨੀ ਜਾਓ। ਨਦਰੀ ਕਿਸੈ ਨਾ ਆਵੋ ਨਾ ਕਿਛ ਪੀਆਂ ਨਾ ਖਾਓ। ਪੰਛੀ ਬਣ ਕੇ ਆਕਾਸ਼ਾਂ ਵਿੱਚ ਉੱਡ ਜਾਵਾਂ, ਕਿਸੇ ਦੀ ਨਜ਼ਰ ਨਾ ਪਵਾਂ, ਨਾ ਖਾਵਾਂ ਨਾ ਕੁਝ ਪੀਵਾਂ, ਤੇ ਉੱਡਦੇ ਹੀ ਰਵਾਂ ਉਹਦਾ ਅੰਤ ਪਾਉਣ ਵਾਸਤੇ। ਸੱਚੇ ਪਾਤਸ਼ਾਹ ਕਹਿੰਦੇ ਵੀ ਤੇਰੀ ਕੀਮਤ ਨਾ ਪਵੈ ਹਉਕੇ ਵੱਡਿਆ ਖਾਨਾਓ। ਉਹਦੀ ਕੀਮਤ ਤਾਂ ਕਿਸੇ ਨੇ ਕੀ ਪਾਉਣੀ ਸੀ। ਸਤਿਗੁਰੂ ਤੇ ਇੱਕ ਥਾਂ ਤੇ ਹੋਰ ਬਚਨ ਕਰਦੇ ਕਹਿੰਦੇ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਉਹਦਾ ਆਪਣਾ ਤੇ ਮੁੱਲ ਕਿਸੇ ਨੇ ਕੀ ਮਿਥਣਾ ਹੈ। ਕਹਿੰਦੇ ਉਹਦੇ ਨਾਮ ਦਾ ਵੀ ਮੁੱਲ ਨਹੀਂ, ਉਹ ਵੀ ਬੇਸ਼ਕੀਮਤ। ਤਾਂ ਹੀ ਹਜ਼ੂਰ ਨੇ ਬਚਨ ਕੀਤੇ ਅਮੁੱਲ ਗੁਣ ਅਮੁੱਲ ਵਪਾਰ। ਅਕਾਲ ਪੁਰਖ ਦੇ ਵਿੱਚ ਜਿਹੜੇ ਗੁਣ ਨੇ ਨਾ, ਉਹਨਾਂ ਦਾ ਕੋਈ ਮੁੱਲ ਨਹੀਂ। ਜਿਹੜੇ ਉਹਨਾਂ ਗੁਣਾਂ ਦਾ ਵਪਾਰ ਕਰਦੇ ਨੇ, ਉਹਨਾਂ ਦਾ ਵੀ ਕੋਈ, ਉਸ ਵਪਾਰ ਦਾ ਵੀ ਕੋਈ ਮੁੱਲ ਨਹੀਂ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ। ਉਹ ਗੁਰਮੁਖ ਜਨ ਵੀ ਅਮੁੱਲ ਹਨ ਜਿਹੜੇ ਉਹਦੇ ਵਪਾਰੀ ਹਨ। ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਇਹ ਸਾਰੀਆਂ ਚੀਜ਼ਾਂ ਦੀ ਕੀਮਤ ਨਹੀਂ। ਸਾਹਿਬ ਕਹਿੰਦੇ ਤਾਂ ਕੀ ਕੀਮਤ ਕਿਨੈ ਨਾ ਪਾਈ। ਫਿਰ ਬਚਨ ਕੀਤਾ ਅਨਿਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰੈ। ਦਿਖਾਈ ਵਿੱਚ ਤੇ ਦੇਖੀ ਵਿੱਚ ਬੜਾ ਫਰਕ ਹੈ। ਦਿਖਾਈ ਦਾ ਮਤਲਬ ਕੋਈ ਵਿੱਚ ਹੋਰ ਹੈ ਜਿਹੜਾ ਦਿਖਾ ਰਿਹਾ ਹੈ, ਦੇਖੀ ਦਾ ਮਤਲਬ ਮੈਂ ਆਪ ਦੇਖ ਰਿਹਾ। ਇੱਥੇ ਦਿਖਾਈ ਸ਼ਬਦ ਤਾਂ ਵਰਤਿਆ ਹੈ, ਗੁਰੂ ਸਾਹਿਬ ਕਹਿੰਦੇ ਖੋਜ ਅਸੀਂ ਕੀਤੀ, ਵਿਖਾਈ ਪੂਰੇ ਗੁਰੂ ਨੇ। ਖੋਜ ਸਰੀਰ ਵਿੱਚੋਂ ਕਰਾਈ ਉਹਨੇ ਵੀ ਇੱਧਰ ਨੂੰ ਜਾ, ਇਸ ਪਾਸੇ ਦਾ ਧਿਆਨ ਰੱਖ, ਇੱਧਰ ਸਰੀਰ ਨੂੰ ਇਸ ਤਰ੍ਹਾਂ ਚਲਾ, ਪਰ ਵਿਖਾਇਆ ਗੁਰੂ ਨੇ ਆਪ ਨਹੀਂ ਦੇਖ ਸਕੇ। ਇੱਕ ਵਸਤ ਅਨੂਪ ਦਿਖਾਈ ਤੇ ਉੱਥੇ ਇੱਕ ਹੋਰ ਵੀ ਭਰਮ ਮਿਟ ਗਿਆ। ਸਾਹਿਬ ਕਹਿੰਦੇ ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਉੱਥੇ ਸਮਝ ਆ ਗਈ ਵੀ ਗੁਰੂ ਹੀ ਪਰਮਾਤਮਾ ਹੈ, ਹੋਰ ਕਿਹੜਾ ਰੱਬ ਲੱਭਾਂਗੇ। ਗੁਰੂ ਰੱਬ ਹੈ, ਸ਼ਬਦ ਹੀ ਪਰਮਾਤਮਾ ਹੈ। ਸਾਧ ਸੰਗਤ ਵਿੱਚ ਉਹ ਆਪ ਵਸਦਾ ਹੈ। ਇੱਥੋਂ ਮਿਲਿਆ ਤਾਂ ਇਸ ਤਰ੍ਹਾਂ ਜਿਨ੍ਹਾਂ ਦੇ ਸਾਹਮਣੇ ਇਹ ਦਾਤ ਮਿਲੀ ਨਾ, ਕਿਉਂਕਿ ਕੱਲ੍ਹ ਦਾ ਵਿਸ਼ਾ ਇਹ ਤਾਂ ਸਮਝ ਆਉਂਦੀ ਅਸ਼ਟਪਦੀ ਜਿਨ੍ਹਾਂ ਨੇ ਸ਼ਾਮ ਨੂੰ ਸੁਣਿਆ ਹੋਵੇ।
ਤਾਂ ਉਹਦੇ ਨਾਲ ਜੁੜਦਾ ਹੈ। ਇਹ ਸਿੱਖ ਦੀ ਹਾਲਾਤ ਹੈ ਜਿਹਦੇ ਤੇ ਬਖਸ਼ਿਸ਼ ਹੋਈ ਪੂਰੇ ਸਤਿਗੁਰੂ ਦੀ। ਉਹਦੇ ਬਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜਿਹਵਾ ਏਕ ਉਸਤਤ ਅਨੇਕ। ਉਹਦੇ ਕੋਲ ਜਿਹਵਾ ਇੱਕ ਹੁੰਦੀ ਏ, ਉਸਤ ਤਾਂ ਉਹਦੇ ਸਾਹਮਣੇ ਇੰਨੀਆਂ ਆ ਜਾਂਦੀਆਂ, ਦਿਨ ਰਾਤ ਕਰੀ ਜਾਂਦਾ, ਨਾ ਥੱਕਦਾ ਨਾ ਅੱਕਦਾ। ਨਾ ਉਸਤਤ ਪੁਰਾਣੀ ਹੁੰਦੀ, ਨਾ ਉਹਨੂੰ ਕੋਈ ਹੋਰ ਇਹਦੇ ਵਿੱਚ ਰੁਕਾਵਟ ਪੈਂਦੀ, ਨਾ ਉਹਦਾ ਗਿਆਨ ਖਤਮ ਹੁੰਦਾ ਹੈ। ਇਹ ਇਸ ਤਰ੍ਹਾਂ ਦੀ ਦਾਤ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਹਜ਼ੂਰ ਕਹਿੰਦੇ, ਸਤਿਪੁਰਖ ਪੂਰਨ ਵਿਵੇਕ। ਸਤਿਪੁਰਖ, ਸਾਡੇ ਅੰਦਰ ਇੱਕ ਸਤਿਪੁਰਖ ਹੈ ਜੋ ਸਦਾ ਕਾਇਮ ਰਹਿੰਦਾ, ਦੇਹ ਦੇ ਮਰਨ ਤੋਂ ਬਾਅਦ ਵੀ। ਉਹਦੇ ਵਿੱਚ ਇੱਕ ਬੜੀ ਵੱਡੀ ਚੀਜ਼ ਉਹਨੂੰ ਕਹਿੰਦੇ ਵਿਵੇਕ। ਸਾਡੇ ਵਿੱਚ ਵਿਵੇਕ, ਉਸ ਗੁਰਸਿੱਖ ਦੇ ਅੰਦਰ ਅਕਾਲ ਪੁਰਖ ਨਾਲ ਸਾਂਝ ਪਾ ਕੇ ਵਿਵੇਕ ਬੁੱਧੀ ਦੀ ਪ੍ਰਾਪਤੀ ਹੋਈ। ਵਿਵੇਕ ਬੁੱਧੀ ਦਾ ਮਤਲਬ ਹੈ ਲੋੜ ਵਾਲੀ ਚੀਜ਼ ਨੂੰ ਵਰਤ ਲੈਣਾ ਤੇ ਉਸ ਤੋਂ ਵੱਧ ਨਾ ਵਰਤਣਾ, ਉਹਨੂੰ ਵਿਵੇਕ ਬੁੱਧੀ ਕਹਿੰਦੇ ਨੇ। ਸਹਿਬ ਕਹਿੰਦੇ, ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਅਗੰਮ ਅਗੋਚਰ ਪ੍ਰਭ ਨਿਰਵਾਨੀ। ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਕਹਿ ਰਹੇ, ਕੋਈ ਮਨੁੱਖ ਬੋਲ ਕੇ ਜਾਂ ਸਮਝ ਕੇ ਜਾਂ ਆਪਣੀ ਕਮਾਈ ਨਾਲ ਉਹਦੇ ਨਾਲ ਸਾਂਝ ਨਹੀਂ ਪਾ ਸਕਦਾ। ਇਹ ਬੜਾ ਵੱਡਾ ਮੁੱਦਾ ਹੈ ਇਸ ਰਾਹ ਦਾ। ਇਹਦੇ ਵਿੱਚ ਗੁਰੂ ਚਾਹੀਦਾ ਹੈ। ਗੁਰੂ ਤੋਂ ਬਿਨਾਂ ਸਾਂਝ ਨਹੀਂ ਬਣਦੀ, ਸਮਝਣ ਨਾਲ, ਬੋਲਣ ਨਾਲ, ਪੜ੍ਹਨ ਨਾਲ। ਹਜ਼ੂਰ ਕਹਿੰਦੇ ਨੇ, ਕਾਹੂ ਬੋਲ। ਕੋਈ ਮਨੁੱਖ ਕਿੰਨਾ ਵੀ ਚੰਗਾ ਬੋਲ ਕੇ ਯਤਨ ਕਰੇ ਉਹਦੇ ਤੱਕ ਆਵਾਜ਼ ਪਹੁੰਚਾਉਣ ਦਾ, ਨਹੀਂ ਪਹੁੰਚ ਸਕਦਾ, ਕਿਉਂਕਿ ਉਹ ਵਾਹਿਗੁਰੂ ਅਗੰਮ ਹੈ। ਅਗੰਮ ਦਾ ਮਤਲਬ ਉਹਦੇ ਤੱਕ ਜਾਇਆ ਨਹੀਂ ਜਾ ਸਕਦਾ। ਅਗੋਚਰ, ਸਾਡੇ ਸਰੀਰ ਦੀਆਂ ਇੰਦਰੀਆਂ ਤੋਂ ਪਕੜ ਤੋਂ ਪਰੇ ਹੈ। ਪ੍ਰਭ ਨਿਰਬਾਨੀ, ਨਿਰਵਾਣ ਰਹਿੰਦਾ, ਭਾਵ ਸੰਸਾਰ ਤੋਂ ਉੱਚਾ ਹੈ। ਫਿਰ ਕਹਿੰਦੇ, ਨਿਰਾਹਾਰ ਨਿਰਵੈਰ ਸੁਖਦਾਈ। ਨਿਰਾਹਾਰ ਦੇ ਅਰਥ ਨੇ ਨਿਰ ਆਹਾਰ, ਆਹਾਰ ਦੇ ਅਰਥ ਨੇ ਖਾਣਾ ਪੀਣਾ। ਉਹ ਖਾਂਦਾ ਕੁਝ ਨਹੀਂ, ਉਸ ਨੂੰ ਖਵਾ ਕੇ ਵੀ ਆਪਣੇ ਬਲੇਟੇ ਵਿੱਚ ਨਹੀਂ ਲਿਆ ਜਾ ਸਕਦਾ, ਬੜਾ ਬੇਪਰਵਾਹ। ਨਿਰਾਹਾਰ, ਨਿਰਾਹਾਰ ਨਿਰਜੁਰ ਨਿੰਦਰਾ ਬਿਨ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜਿਹੜਾ ਸਾਡਾ ਰੱਬ ਹੈ, ਕਹਿੰਦੇ ਨਿਰ ਆਹਾਰ ਹੈ, ਖਾਂਦਾ ਨਹੀਂ ਕੁਝ। ਇਸ ਕਰਕੇ ਨਿਰਜੁਰ, ਨਿਰਜੁਰ ਦਾ ਮਤਲਬ ਹੈ, ਜੁਰ ਦਾ ਮਤਲਬ ਹੈ ਤਾਪ, ਬੁਖਾਰ। ਜਵਰ ਤੋਂ ਬਣਿਆ ਜੁਰ, ਉਹਨੂੰ ਕਹਿੰਦੇ ਬੁਖਾਰ ਨਹੀਂ ਚੜ੍ਹਦਾ, ਉਹਨੂੰ ਤਾਪ ਨਹੀਂ ਚੜ੍ਹਦਾ। ਨਿਰਾਹਾਰ ਨਿਰਜੁਰ ਨਿੰਦਰਾ ਬਿਨ, ਫਿਰ ਉਹਨੂੰ ਨੀਂਦ ਵੀ ਨਹੀਂ ਆਉਂਦੀ। ਇਸ ਤਰ੍ਹਾਂ ਦਾ ਉਹਦਾ ਰਹਿਣ ਸਹਿਣ ਹੈ। ਇੱਥੇ ਕਹਿੰਦੇ ਨਿਰਾਹਾਰ ਨਿਰਵੈਰ, ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਸੁਖਦਾਈ, ਇਸ ਕਰਕੇ ਉਹ ਸਦਾ ਸੁਖ ਵਿੱਚ ਰਹਿੰਦਾ ਹੈ। ਸਹਿਬ ਕਹਿੰਦੇ, ਤਾਂ ਕੀ ਕੀਮਤ ਕਿਨੈ ਨਾ ਪਾਈ। ਇਸ ਕਰਕੇ ਉਸ ਵਾਹਿਗੁਰੂ ਦੀ ਕੀਮਤ ਕਿਸੇ ਵੀ ਤਰੀਕੇ ਨਾਲ ਪਾਈ ਨਹੀਂ ਜਾ ਸਕਦੀ। ਸਹਿਬ ਤਾਂ ਹੀ ਬਚਨ ਕਹਿੰਦੇ, ਨਾਨਕ ਕਾਗਦ ਲਖ ਮਣਾ, ਪੜ੍ਹ ਪੜ੍ਹ ਕੀਚੈ ਭਾਉ। ਜੇ ਕੋਈ ਮਨੁੱਖ ਆਪਣੇ ਘਰ ਵਿੱਚ ਲੱਖਾਂ ਮਣ ਕਿਤਾਬਾਂ ਇਕੱਠੀਆਂ ਕਰ ਲਵੇ, ਨਾਨਕ ਕਾਗਦ ਲਖ ਮਣਾ, ਪੜ੍ਹ ਪੜ੍ਹ ਕੀਚੈ ਭਾਉ, ਤੇ ਪੜ੍ਹ ਪੜ੍ਹ ਕੇ ਉਹਨਾਂ ਨੂੰ ਸਮਝ ਲੈ। ਫਿਰ ਕਹਿੰਦੇ, ਮਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ। ਸ਼ਾਹੀ ਦੀ ਉਹਦੇ ਕੋਲ ਕਮੀ ਨਾ ਹੋਵੇ ਤੇ ਕਲਮ ਹੋਵੇ ਉਹਦੇ ਕੋਲ ਹਵਾ ਦੀ, ਲੇਖਣ ਪਾਉਣ ਚਲਾਓ। ਫਿਰ ਵੀ ਹਜ਼ੂਰ ਕਹਿੰਦੇ, ਵੀ ਤੇਰੀ ਕੀਮਤ ਨਾ ਪਵੈ, ਹਉ ਕੇ ਵਡਿਆ ਖਾਨਾਉ। ਫਿਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਇੰਨਾ ਵੱਡਾ ਹੈ। ਫਿਰ ਕਹਿੰਦੇ, ਪੰਖੀ ਹੋਏ ਕਹਿ ਜੇ ਭਾਵਾਂ, ਸਹਿ ਅਸਮਾਨੀ ਜਾਓ। ਨਦਰੀ ਕਿਸੈ ਨਾ ਆਵੋ, ਨਾ ਕਿਛ ਪੀਆਂ ਨਾ ਖਾਓ। ਪੰਛੀ ਬਣ ਕੇ ਆਕਾਸ਼ਾਂ ਵਿੱਚ ਉੱਡ ਜਾਵਾਂ, ਕਿਸੇ ਦੀ ਨਜ਼ਰ ਨਾ ਪਵਾਂ, ਨਾ ਖਾਵਾਂ ਨਾ ਕੁਝ ਪੀਵਾਂ, ਤੇ ਉੱਡਦੇ ਹੀ ਰਵਾਂ ਉਹਦਾ ਅੰਤ ਪਾਉਣ ਵਾਸਤੇ। ਸੱਚੇ ਪਾਤਸ਼ਾਹ ਕਹਿੰਦੇ, ਵੀ ਤੇਰੀ ਕੀਮਤ ਨਾ ਪਵੈ, ਹਉ ਕੇ ਵਡਿਆ ਖਾਨਾਉ। ਉਹਦੀ ਕੀਮਤ ਤਾਂ ਕਿਸੇ ਨੇ ਕੀ ਪਾਉਣੀ ਸੀ। ਸਤਿਗੁਰੂ ਤੇ ਇੱਕ ਥਾਂ ਤੇ ਹੋਰ ਬਚਨ ਕਰਦੇ, ਕਹਿੰਦੇ, ਸਾਈਂ ਨਾਮ ਅਮੋਲ।
ਕੀਮ ਨਾ ਕੋਈ ਜਾਣ ਦੋ। ਉਹਦਾ ਆਪਣਾ ਤੇ ਮੁੱਲ ਕਿਸੇ ਨੇ ਕੀ ਮਿਥਣਾ ਹੈ। ਕਹਿੰਦੇ ਉਹਦੇ ਨਾਮ ਦਾ ਵੀ ਮੁੱਲ ਨਹੀਂ, ਉਹ ਵੀ ਬੇਸ਼ਕੀਮਤ। ਤਾਂ ਹੀ ਹਜ਼ੂਰ ਨੇ ਬਚਨ ਕੀਤੇ, ਅਮੁੱਲ ਗੁਣ ਅਮੁੱਲ ਵਪਾਰ। ਅਕਾਲ ਪੁਰਖ ਦੇ ਵਿੱਚ ਜਿਹੜੇ ਗੁਣ ਨੇ ਨਾ, ਉਹਨਾਂ ਦਾ ਕੋਈ ਮੁੱਲ ਨਹੀਂ। ਜਿਹੜੇ ਉਹਨਾਂ ਗੁਣਾਂ ਦਾ ਵਪਾਰ ਕਰਦੇ ਨੇ, ਉਹਨਾਂ ਦਾ ਵੀ ਕੋਈ, ਉਸ ਵਪਾਰ ਦਾ ਵੀ ਕੋਈ ਮੁੱਲ ਨਹੀਂ। ਅਮੁੱਲ ਗੁਣ ਅਮੁੱਲ ਵਪਾਰ। ਅਮੁੱਲ ਵਪਾਰੀਏ, ਉਹ ਗੁਰਮੁਖ ਜਨ ਵੀ ਅਮੁੱਲ ਹਨ, ਜਿਹੜੇ ਉਹਦੇ ਵਪਾਰੀ ਹਨ। ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲ ਭਾਏ ਅਮੁੱਲਾ ਸਮਾਹੇ। ਇਹ ਸਾਰੀਆਂ ਚੀਜ਼ਾਂ ਦੀ ਕੀਮਤ ਨਹੀਂ। ਸਾਹਿਬ ਕਹਿੰਦੇ ਤਾਂ ਕੀ ਕੀਮਤ ਕਿਨੈ ਨਾ ਪਾਈ। ਫਿਰ ਬਚਨ ਕੀਤਾ, ਅਨਿਕ ਭਗਤ ਬੰਧਨ ਨਿਤ ਕਰਹਿ। ਚਰਨ ਕਮਲ ਹਿਰਦੈ ਸਿਮਰੈ। ਬਹੁਤ ਸਾਰੇ ਇਸ ਸ੍ਰਿਸ਼ਟੀ ਦੇ ਵਿੱਚ ਭਗਤ ਨੇ, ਜਿਹੜੇ ਨਿਰੰਤਰ ਹੀ ਉਹਦੀ ਬੰਦਨਾ ਕਰਦੇ ਰਹਿੰਦੇ ਨੇ, ਉਹਦੇ ਅੱਗੇ ਝੁਕੀ ਜਾਂਦੇ ਨੇ, ਉਹਦੇ ਅੱਗੇ ਨਮਸਕਾਰ ਕਰੀ ਜਾਂਦੇ ਨੇ, ਉਹਦੇ ਗੁਣਾਂ ਨੂੰ ਵੇਖ ਕੇ, ਉਹਦੀ ਸੁੰਦਰਤਾ ਨੂੰ ਵੇਖ ਕੇ। ਇਸ ਕਰਕੇ ਸੰਸਾਰੀਆਂ ਦਾ ਤੇ ਭਗਤਾਂ ਦਾ ਜੋੜ ਨਹੀਂ ਪੈਂਦਾ, ਕਿਉਂਕਿ ਉਹ ਜਦੋਂ ਝੁਕਦੇ ਨੇ ਅੱਗੇ ਕੁਝ ਵੀ ਨਹੀਂ ਦਿਸਦਾ। ਇੱਕ ਸੰਸਾਰੀ ਬੈਠਾ ਹੋਵੇ, ਇੱਕ ਭਗਤ ਬੈਠਾ ਹੈ, ਤੇ ਭਗਤ ਝੁਕੀ ਜਾਂਦਾ, ਨਮਸਕਾਰ ਕਰੀ ਜਾਂਦਾ। ਸੰਸਾਰੀ ਬੁੱਧੀ ਨਾਲ ਬਹਿੰਦਾ ਵੀ ਕਿਹਦੇ ਅੱਗੇ ਝੁਕੀ ਜਾਂਦਾ, ਸਾਹਮਣੇ ਦਿਸਦਾ ਤੇ ਕੋਈ ਵੀ ਨਹੀਂ। ਇਸ ਕਰਕੇ ਦੋਵਾਂ ਦਾ ਆਪਸ ਵਿੱਚ ਜੋੜ ਮੇਲ ਨਹੀਂ ਬਣਦਾ, ਦੋਵਾਂ ਦਾ ਆਪਸ ਵਿੱਚ ਸੰਪਰਕ ਨਹੀਂ ਹੁੰਦਾ। ਉਹਨਾਂ ਦੀ ਦਸ਼ਾ ਵੱਖਰੀ ਹੈ। ਉਹ ਨਿਤ ਅਨੇਕ ਹੀ ਭਗਤ ਹਰ ਰੋਜ਼ ਉਸ ਨੂੰ ਬੰਦਨਾ ਕਰਦੇ ਰਹਿੰਦੇ, ਔਰ ਫਿਰ ਕਹਿੰਦੇ ਉਹਦੇ ਚਰਨ ਕਮਲ ਜਿਹੜੇ ਹਨ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਅੰਤਿਸ਼ ਕਰਨ ਦੇ ਵਿੱਚ ਸਿਮਰਦੇ ਰਹਿੰਦੇ ਨੇ। ਪ੍ਰਭੂ ਦੇ ਚਰਨ ਕਮਲ ਹੋਰ ਕੋਈ ਸਰੀਰ, ਮਨੁੱਖੀ ਸਰੀਰ ਵਰਗੇ ਉਹ ਪੈਰ ਨਹੀਂ। ਚਰਨ ਕਮਲ ਅਕਾਲ ਪੁਰਖ ਦਾ ਨਾਮ ਹੈ। ਉਹਦੇ ਨਾਮ ਨੂੰ ਅੰਦਰ ਵਾਰ-ਵਾਰ ਚੇਤੇ ਵਿੱਚ ਰੱਖਦੇ ਨੇ। ਇਹ ਉਹਦੇ ਚਰਨ ਕਮਲ ਨੇ, ਆਪਣੀ ਯਾਦ ਵਿੱਚ ਟਿਕਾਉਂਦੇ ਨੇ, ਉਹਦੇ ਚਰਨਾਂ ਨੂੰ ਨਮਸਕਾਰ ਕਰਦੇ ਰਹਿੰਦੇ ਹਨ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਹੁਣ ਉੱਪਰ ਵਾਲੀਆਂ ਸਾਰੀਆਂ ਦਾਤਾਂ ਸਤਿਗੁਰੂ ਦੀ ਬਖਸ਼ਿਸ਼ ਵਿੱਚੋਂ ਆਈਆਂ, ਕਮਾਈ ਦਾ ਸਿੱਟਾ ਨਹੀਂ ਸੀ। ਗੁਰਸਿੱਖ ਦੀ ਕਮਾਈ ਇਸ ਵਾਸਤੇ ਨਹੀਂ ਕਿ ਉਹਦੇ ਨਾਲ ਇਹ ਦਾਤਾਂ ਪ੍ਰਾਪਤ ਕਰਦਾ ਹੈ। ਗੁਰਸਿੱਖ ਜਿਹੜੀ ਸਿੱਖੀ ਕਮਾਉਂਦਾ, ਉਹ ਸਿਰਫ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਤੇ ਗੁਰੂ ਦੇ ਹੁਕਮ ਦੇ ਪ੍ਰੋਸੀਜਰ ਨੂੰ ਪੂਰਾ ਕਰਨ ਵਾਸਤੇ ਕਰਦਾ ਹੈ। ਕਮਾਈ ਨਾਲ ਸਿੱਖੀ ਪ੍ਰਾਪਤ ਨਹੀਂ ਹੁੰਦੀ, ਖਿਆਲ ਰੱਖੋ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਜਿਹੜਾ ਕੰਮ ਅਸੀਂ ਕਰਨਾ ਹੈ ਗੁਰੂ ਦੇ ਦਾਇਰੇ ਵਿੱਚ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਉਹ ਆਗਿਆ ਵਿੱਚ ਰਹਿਣਾ। ਉਹ ਸਿਰਫ ਗੁਰੂ ਨੇ ਸਿੱਖ ਨੂੰ ਕਹਿ ਕੇ ਵੇਖਣਾ ਹੁੰਦਾ ਹੈ ਕਿ ਮੇਰੇ ਆਖੇ ਲੱਗਦਾ ਹੈ ਕਿ ਨਹੀਂ, ਇਹਦੀ ਹਉਮੈ ਮਰਦੀ ਕਿ ਨਹੀਂ। ਪ੍ਰਯੋਜਨ ਵੀ ਉਹਦਾ ਕੋਈ ਨਹੀਂ ਵੀ ਕੋਈ ਕੰਮ ਕਰੇਗਾ ਮੇਰੇ ਘਰ ਦਾ, ਉਹਦਾ ਕੋਈ ਪ੍ਰਯੋਜਨ ਨਹੀਂ ਹੁੰਦਾ ਵੀ ਇਹ ਕੰਮ ਨਿਬੇੜਨਾ ਜਾਂ ਇੰਨੀਆਂ ਦਿਹਾੜੀਆਂ ਕਰਾਉਣੀਆਂ ਨੇ ਸਿੱਖ ਤੋਂ। ਸਿਰਫ ਇਹ ਵੇਖਣਾ ਵੀ ਉਹਦੀ ਹਉਮੈ ਮਰਦੀ ਹੈ ਕਿ ਨਹੀਂ, ਆਪਣੀ ਮੈਂ ਨੂੰ ਤਿਆਗਦਾ ਛੱਡਦਾ ਕਿ ਨਹੀਂ। ਇਸ ਕਰਕੇ ਸਿੱਖੀ ਇੱਥੋਂ ਨਹੀਂ ਸ਼ੁਰੂ ਹੁੰਦੀ, ਕਿਉਂ ਤੋਂ ਨਹੀਂ ਹੁੰਦੀ ਸ਼ੁਰੂ। ਯਾਦ ਰੱਖੀਏ, ਜੇ ਅਸੀਂ ਕੋਈ ਵੀ ਗੁਰੂ ਦੇ ਹੁਕਮ ਤੇ ਜਦੋਂ ਤੁਰਨੇ ਆ, ਜੇ ਉਹਦੇ ਵਿੱਚ ਕਿਉਂ ਆ ਗਿਆ ਵੀ ਇਹ ਅਸੀਂ ਕਿਉਂ ਕਰਨਾ ਹੈ, ਉਹ ਸਿੱਖੀ ਮਾਰਗ ਨਹੀਂ, ਅਜੇ ਉਹ ਦੂਸਰਾ ਵਕੀਲੀ ਵਾਲਾ ਤਰੀਕਾ ਹੈ। ਉਹਦੇ ਵਿੱਚ ਵੀ ਆਪਾਂ ਰਹਿ ਸਕਦੇ ਹਾਂ। ਖਿਆਲ ਰੱਖ, ਉਹਨਾਂ ਚਿਰ ਸਿੱਖ ਆਪਾਂ ਨਹੀਂ ਬਣੇ। ਇਹ ਕਰਨਾ ਮਾੜਾ ਨਹੀਂ, ਖਿਆਲ ਰੱਖਣਾ। ਜਿਹੜਾ ਅਸੀਂ ਧਾਰਮਿਕ ਕਰਮ ਕਰਨੇ ਆ, ਉਹਦੇ ਬਾਰੇ ਇਹ ਸੋਚਣਾ ਕੋਈ ਮਾੜਾ ਨਹੀਂ ਵੀ ਕਿਉਂ ਕਰਨੇ ਆ। ਬਾਣੀ ਕਿਉਂ ਪੜ੍ਹਨੇ ਆ, ਗੁਰਦੁਆਰੇ ਕਿਉਂ ਜਾਂਦੇ ਆ, ਅੰਮ੍ਰਿਤ ਕਿਉਂ ਛਕੀਦਾ ਹੈ, ਅੰਮ੍ਰਿਤ ਵੇਲੇ ਕਿਉਂ ਉੱਠਣਾ, ਮਾੜਾ ਨਹੀਂ ਇਹ ਖਿਆਲ। ਪਰ ਇੱਕ ਚੀਜ਼ ਸਾਨੂੰ ਸਮਝ ਲੈਣੀ ਚਾਹੀਦੀ ਹੈ, ਜਿੰਨਾ ਚਿਰ ਕਿਉਂ ਰਹਿੰਦੀ ਏ ਉਹਨਾਂ ਚਿਰ ਆਪਾਂ ਇੱਕ ਵੱਖਰੀ ਕਲਾਸ ਵਿੱਚ ਪੜ੍ਹ ਰਹੇ ਹਾਂ। ਆਪਾਂ ਸਿੱਖ ਕਲਾਸ ਵਿੱਚ ਨਹੀਂ ਆਏ, ਆਪਾਂ ਬਾਹਰੋਂ ਆ ਰਹੇ ਹਾਂ, ਕਿਸੇ ਹੋਰ ਕਲਾਸ ਵਿੱਚ ਪੜ੍ਹ ਰਹੇ ਹਾਂ। ਔਰ ਉੱਥੇ ਚੰਗੀ ਤਰ੍ਹਾਂ ਸ਼ੰਕਾ ਕਰ ਲੈਣਾ ਚਾਹੀਦਾ, ਪਹਿਲਾਂ ਚੰਗੀ ਤਰ੍ਹਾਂ ਸ਼ੰਕੇ ਵਿੱਚੋਂ ਲੰਘ ਲੈਣਾ ਚਾਹੀਦਾ ਔਰ ਪੁੱਛ ਲੈਣਾ ਚਾਹੀਦਾ ਸਾਰਾ ਕੁਝ ਕਿਉਂ ਹੈ।
ਪਰ ਜਿਸ ਦਿਨ ਆਪਾਂ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ ਨਾ, ਭਾਵ ਗੁਰੂ ਵਾਲੇ ਬਣ ਗਏ, ਜੇ ਉਹਦੇ ਤੋਂ ਬਾਅਦ ਵੀ ਕਿਉਂ ਆ ਗਈ ਸਿੱਖ ਦੇ ਜੀਵਨ ਵਿੱਚ, ਤੇ ਉਹ ਇਸ ਤਰ੍ਹਾਂ ਹੈ ਜਿਵੇਂ ਕਈ ਮਣਾ ਦੁੱਧ ਵਿੱਚ ਲੱਸੀ ਪੈ ਜਾ ਤੇ ਫੁੱਟ ਕੇ ਖਰਾਬ ਹੋ ਜਾਂਦਾ, ਸਿੱਖੀ ਖਰਾਬ ਹੋ ਗਈ। ਉਹਦੇ ਤੋਂ ਬਾਅਦ ਕਿਉਂ ਨਹੀਂ ਆਉਣੀ ਚਾਹੀਦੀ? ਉਹਦੇ ਤੋਂ ਬਾਅਦ ਤੇ ਬਸ ਅੱਖ ਬੰਦ ਕਰਕੇ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਉਹਦੇ ਵਿੱਚ ਫਿਰ ਪੁੱਛਿਆ ਨਹੀਂ ਜਾਂਦਾ ਵੀ ਕਿਉਂ ਕਰਨਾ, ਪਾਠ ਕਿਉਂ ਕਰਨਾ, ਬਸ ਕਰੀ ਜਾਣਾ। ਫਿਰ ਉਸੇ ਤਰ੍ਹਾਂ ਇਹ ਦੋ ਕਲਾਸਾਂ ਨੇ ਸਿੱਖੀ ਵਿੱਚ, ਇੱਕ ਤਰਕਵਾਦ ਦੀ ਸਿੱਖੀ ਤੇ ਇੱਕ ਸਮਰਪਣ ਦੀ ਸਿੱਖੀ। ਦੋਵਾਂ ਨੂੰ ਵਰਤ ਲੈਣਾ ਚਾਹੀਦਾ। ਤਾਂ ਜੇ ਅਸੀਂ ਕਿਉਂ ਵਾਲੀ ਕਲਾਸ ਵਿੱਚ ਪੜ੍ਹਨਾ ਤੇ ਉਹਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ। ਕਿਤੇ ਉਸੇ ਭੁਲੇਖੇ ਵਿੱਚ ਰਹੀਏ ਆਪਾਂ ਸਿੱਖ ਹਾਂ ਜੀ, ਸਾਨੂੰ ਸਵਾਲ ਬੜੇ ਆਉਂਦੇ ਨੇ, ਕਈ ਗੁਰਮੁਖ ਪਿਆਰੇ ਇਸੇ ਕਰਕੇ ਸਵਾਲ ਕਰਦੇ ਨੇ। ਉਹ ਸਵਾਲ ਇਸ ਕਰਕੇ ਕਰਦੇ ਵੀ ਸਾਨੂੰ ਬਹੁਤ ਸਾਰਾ ਪਤਾ ਹੈ। ਉਹ ਮਾੜਾ ਨਹੀਂ, ਸਵਾਲ ਕਰਨਾ ਗਲਤ ਨਹੀਂ, ਕਰ ਲੈਣਾ ਚਾਹੀਦਾ, ਪਰ ਉੱਥੇ ਆਪਣੇ ਆਪ ਨੂੰ ਸਿੱਖ ਨਹੀਂ ਸਮਝਣਾ ਚਾਹੀਦਾ। ਅਜੇ ਆਪਾਂ ਬਾਹਰ ਕਿਤੇ ਜਿਵੇਂ ਕਿਸੇ ਚੀਜ਼ ਦੀ ਇਨਕੁਆਇਰੀ ਕਰ ਰਹੇ ਹਾਂ ਵੀ ਇਹ ਕੀ ਹੈ ਸਿੱਖੀ। ਜੇ ਇਨਕੁਆਇਰੀ ਅੰਦਰ ਵੀ ਆ ਕੇ ਕੀਤੀ ਤੇ ਫਿਰ ਸਾਡਾ ਜੀਵਨ ਜਿਹੜਾ ਵਿੱਚ ਹੀ ਰਹਿ ਜਾਏਗਾ, ਕਿਸੇ ਪਾਸੇ ਤੁਰਾਂਗੇ ਨਹੀਂ। ਤਾਂ ਸਤਿਗੁਰੂ ਕਹਿੰਦੇ ਉੱਪਰ ਵਾਲੀਆਂ ਦਾਤਾਂ ਕਮਾਈ ਦਾ ਵਿਸ਼ਾ ਨਹੀਂ, ਇਹ ਦਾਨ ਹੈ, ਗੁਰੂ ਵੱਲੋਂ ਦਾਨ ਕੀਤਾ ਗਿਆ। ਜਿਵੇਂ ਸਿੱਖਾਂ ਨੂੰ ਸਿੱਖੀ ਦਾਨ ਕੀਤੀ ਜਾਂਦੀ ਹੈ, ਕਮਾਈ ਨਹੀਂ ਕਹੀ ਉੱਥੇ ਅਰਦਾਸ ਵਿੱਚ। ਇਹ ਸਾਰੀਆਂ ਚੀਜ਼ਾਂ ਦਾਨ ਵਿੱਚ ਮਿਲਦੀਆਂ ਨੇ, ਤੇ ਜਿਹੜੀ ਚੀਜ਼ ਦਾਨ ਵਿੱਚ ਮਿਲੇ ਉਹ ਕਮਾਈ ਦਾ ਸਿੱਟਾ ਨਹੀਂ ਹੁੰਦਾ, ਉਹ ਦੇਣ ਵਾਲੇ ਵੱਲੋਂ ਬਖਸ਼ਿਸ਼ ਕੀਤੀ ਜਾਂਦੀ। ਇਸ ਕਰਕੇ ਹਜ਼ੂਰ ਕਹਿੰਦੇ ਸਦ ਬਲਿਹਾਰੀ ਸਤਿਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ। ਨਾਨਕ ਜਿਸ ਪ੍ਰਸਾਦ, ਜਿਹਦੀ ਕਿਰਪਾ ਦੁਆਰਾ, ਜਿਹਦੀ ਰਹਿਮਤ ਨਾਲ ਐਸਾ ਪ੍ਰਭ ਜਪਣੇ, ਇਸ ਤਰ੍ਹਾਂ ਦੇ ਪ੍ਰਭੂ ਦਾ ਜਾਪ ਕੀਤਾ ਹੈ, ਇਸ ਤਰ੍ਹਾਂ ਦੇ ਪ੍ਰਭੂ ਨਾਲ ਪ੍ਰੇਮ ਕੀਤਾ ਹੈ। ਹਜ਼ੂਰ ਕਹਿੰਦੇ ਇਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਅਮਰ ਹੋਣ ਦੀ ਇੱਛਾ ਇਸ ਧਰਤੀ ਤੇ ਕੋਈ ਵੀ ਇਸ ਤਰ੍ਹਾਂ ਦਾ ਜੀਵ ਨਹੀਂ ਜਿਹੜਾ ਅਮਰ ਨਾ ਹੋਣਾ ਚਾਹੇ। ਕਿਸੇ ਨੂੰ ਪੁੱਛ ਕੇ ਵੇਖੋ, ਉਹਦੀ ਪਹਿਲੀ ਮੰਗ ਇਹ ਹੋਵੇ ਕਿ ਮੈਂ ਅਮਰ ਹੋ ਜਾ, ਮੇਰੀ ਮੌਤ ਨਾ ਹੋਵੇ। ਅਮਰ ਹੋਣ ਦਾ ਜਿਹੜਾ ਵਿਧੀ ਹੈ ਉਹ ਕਹਿੰਦੇ ਨੇ ਅੰਮ੍ਰਿਤ ਪੀਣਾ। ਅੰਮ੍ਰਿਤ ਪੀਵੈ ਅਮਰ ਸੋ ਹੋਏ, ਪਰ ਉੱਤੇ ਇੱਕ ਵਚਨ ਕਹਿ ਦਿੱਤਾ, ਇਹ ਹਰ ਰਸ ਪਾਵੈ ਜਨ ਕੋਏ। ਕੋਏ ਦਾ ਅਰਥ ਬਹੁਤਿਆਂ ਵਿੱਚੋਂ ਕੋਈ ਵਿਰਲਾ ਹੀ ਇਸ ਅੰਮ੍ਰਿਤ ਰਸ ਨੂੰ ਅੰਦਰੋਂ ਪੀਂਦਾ ਹੈ। ਪਹਿਲਾਂ ਤੇ ਗੁਰੂ ਕੋਲੋਂ ਲੈਣਾ ਬਾਹਰੋਂ, ਪਹਿਲਾਂ ਤੇ ਬਾਹਰੋਂ ਅੰਮ੍ਰਿਤ ਛਕਣਾ ਸਿੱਖ ਨੇ, ਉਹਦੇ ਤੋਂ ਬਾਅਦ ਫਿਰ ਉਹਨੇ ਰੋਜ਼ ਉਹਦੀ ਕਮਾਈ ਕਰਕੇ ਯਤਨ ਕਰਨਾ ਉਹਨੂੰ ਅੰਦਰੋਂ ਕੱਢ ਸਕੇ ਗੁਰੂ ਕਿਰਪਾ ਦੁਆਰਾ। ਜਿਹਨੇ ਉਹ ਅੰਦਰੋਂ ਕੱਢ ਕੇ ਪੀ ਲਿਆ ਉਹ ਅਮਰ ਹੋਇਆ। ਪਰ ਇੱਥੇ ਕੋਏ ਦਾ ਅਰਥ ਕੋਈ ਵਿਰਲਾ ਹੀ, ਕਿਉਂਕਿ ਜਿੰਨਾ ਚਿਰ ਬਾਹਰਲੇ ਰਸ ਨਹੀਂ ਰੁਕਦੇ ਉਹਨਾਂ ਚਿਰ ਅੰਦਰੋਂ ਅੰਮ੍ਰਿਤ ਨਹੀਂ ਮਿਲਦਾ। ਇਹ ਉਹਦੀ ਕਸਵੱਟੀ ਹੈ। ਇੱਥੇ ਆ ਕੇ ਅਸੀਂ ਦੁਬਿਧਾ ਵਿੱਚ ਆ ਜਾਂਦੇ ਹਾਂ। ਚਾਹੁੰਦਾ ਤੇ ਹੈ ਮਨੁੱਖ, ਕੌਣ ਨਹੀਂ ਚਾਹੁੰਦਾ ਮੈਂ ਅੰਮ੍ਰਿਤ ਨਾ ਹੋਵਾਂ? ਕੌਣ ਇਹ ਚਾਹੁੰਦਾ ਕਿ ਮੇਰੀ ਮੌਤ ਹੋ ਜਾਏ? ਅੰਮ੍ਰਿਤ ਤੇ ਹੋਣਾ ਹੀ ਚਾਹੁੰਦਾ ਮਨੁੱਖ, ਪਰ ਉਹਦਾ ਮੁੱਲ ਬੜਾ ਵੱਡਾ ਤਾਰਨਾ ਪੈਂਦਾ। ਅਮਰ ਹੋਣ ਵਾਸਤੇ ਪਹਿਲਾਂ ਮਰਨਾ ਪੈਂਦਾ ਸਰੀਰ ਵੱਲੋਂ, ਫਿਰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਤੇ ਉਸ ਦਵਾਈ ਨੂੰ ਪੀ ਕੇ ਬੰਦਾ ਅਮਰ ਹੋ ਸਕਦਾ। ਇੱਕ ਪਹਿਲੀ ਮੌਤ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜੀਵਤ ਮਰੈ, ਪਹਿਲਾਂ ਜਿਉਂਦੇ ਜੀ ਜਿਹੜਾ ਮਰ ਜਾਏਗਾ। ਇਹ ਮਰਨ ਵਾਲੀ ਕਹਾਣੀ ਹੈ, ਮੌਤ ਹੈ। ਸਿੱਖੀ ਦੇ ਅਰਥ ਨੇ ਮੌਤ, ਜਿਉਂਦੇ ਜੀ ਮੌਤ। ਜੀਵਨ ਦੇ ਉਹਨਾਂ ਰਸਾਂ ਦੀ ਮੌਤ ਕਰ ਦੇਣੀ ਜਿਹਦੇ ਪਿੱਛੇ ਸੰਸਾਰ ਘੁੰਮ ਰਿਹਾ ਹੈ। ਤਾਂ ਜਦੋਂ ਇਹਨਾਂ ਸਾਰੇ ਰਸਾਂ ਦੀ ਮੌਤ ਹੋ ਜਾਂਦੀ, ਮੌਤ ਆਉਂਦੀ ਕਿਸ ਚੀਜ਼ ਦੀ ਹੈ? ਰਸਾਂ ਦੀ ਮੌਤ ਆਉਂਦੀ, ਔਰ ਮਨੁੱਖ ਦੀ ਥੋੜ੍ਹੀ ਮੌਤ ਆਉਂਦੀ। ਸਰੀਰ ਦੀ ਮੌਤ ਆਉਂਦੀ, ਰਸਾਂ ਦੀ ਮੌਤ ਆਉਂਦੀ। ਸਰੀਰ ਦੁਆਰਾ ਜਿਹੜੇ ਰਸ ਪੀਤੇ ਜਾਂਦੇ ਨੇ ਸੰਸਾਰ ਦੇ ਵਿੱਚੋਂ, ਉਹ ਮਰਦਾ ਸਰੀਰ। ਤੇ ਜੇ ਇਹਦੇ ਰਸ ਪਹਿਲਾਂ ਹੀ ਮੌਤ ਦਾ ਸ਼ਿਕਾਰ ਹੋ ਗਏ, ਗੁਰੂ ਕੇ ਸ਼ਬਦ ਦੁਆਰਾ ਇਹਨਾਂ ਨੂੰ ਮਾਰ ਦਿੱਤਾ ਗਿਆ, ਜਿਹੜਾ ਕਿ ਕਠਿਨ ਹੈ, ਔਖਾ ਹੈ, ਤਾਂ ਜਿੱਦਣ ਇਹ ਸਰੀਰ ਦੇ ਰਸ ਮਰ ਗਏ, ਸਰੀਰ ਦੇ ਰਸ ਮਰਦਿਆਂ ਹੀ ਉਸ ਅੰਮ੍ਰਿਤ ਦਾ ਦਰਵਾਜ਼ਾ ਖੁੱਲ੍ਹਣਾ ਸ਼ੁਰੂ ਹੋ ਗਿਆ। ਉਹਦੇ ਤੋਂ ਬਾਅਦ ਉਹ ਮਿਲੇਗਾ। ਤਾਂ ਇਹ ਰਸ ਪਹਿਲਾਂ ਮਰਦੇ ਨੇ, ਫਿਰ ਉਹ ਰਸ ਆਉਂਦਾ। ਇਹ ਰਸ ਛਾੜ ਤਾਂ ਉਹ ਰਸ ਆਵਾ।
ਹਾਂ ਉਹ ਰਸ ਆਏ, ਇਹ ਰਸ ਨਹੀਂ ਭਾਵਾ। ਜਿੱਦਣ ਉਹ ਰਸ ਆ ਗਿਆ ਫਿਰ ਇਹ ਛੋਟੇ ਰਹਿ ਜਾਂਦੇ ਰਸ ਸੰਸਾਰ ਦੇ। ਇਸ ਕਰਕੇ ਕਹਿੰਦੇ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਦੁਆਰਾ ਇਸ ਹਰ ਰਸ ਨੂੰ ਪ੍ਰਾਪਤ ਕਰ ਸਕਦਾ ਹੈ। ਉਹ ਫਿਰ ਆਪਣੇ ਜੀਵਨ ਵਿੱਚ ਅਮਰ ਹੋ ਜਾਂਦਾ ਹੈ, ਮੌਤ ਤੋਂ ਪਾਰ ਚਲਾ ਜਾਂਦਾ ਹੈ। ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾਂ ਕੈ ਮਨ ਪ੍ਰਗਟੇ ਗੁਣ ਤਾਸ। ਐਸੇ ਪੁਰਖ ਦਾ, ਐਸੇ ਮਨੁੱਖ ਦਾ, ਐਸੀ ਸ਼ਖਸੀਅਤ ਦਾ ਜੀਵਨ ਦੇ ਤੌਰ 'ਤੇ ਕਦੀ ਵਿਨਾਸ਼ ਨਹੀਂ ਹੁੰਦਾ, ਕਦੀ ਉਹਦੀ ਸਮਾਪਤੀ ਨਹੀਂ ਹੁੰਦੀ, ਕਦੀ ਉਹਦੀ ਮੌਤ ਨਹੀਂ ਆਉਂਦੀ। ਜਿਹਦੇ ਮਨ ਦੇ ਵਿੱਚ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਜਾਂਦੇ ਨੇ, ਜਿਹੜੇ ਕਿ ਲੁਕ ਕੇ ਬੈਠੇ ਸਨ ਸਾਰਿਆਂ ਵਿੱਚ। ਗੁਪਤ ਤੌਰ 'ਤੇ ਅਸੀਂ ਉਹਨਾਂ ਨੂੰ ਆਪਣੇ ਵਿਚਾਰਾਂ ਦੀਆਂ ਚਾਦਰਾਂ ਪਾ ਕੇ ਲੁਕੋਇਆ ਹੋਇਆ ਸੀ, ਉਹਨੂੰ ਪ੍ਰਗਟ ਨਹੀਂ ਸੀ ਹੋਣ ਦਿੰਦੇ। ਉਹ ਪ੍ਰਗਟ ਹੋ ਗਏ, ਫਿਰ ਉਸ ਮਨੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, 8 ਪਹਿਰ ਹਰ ਕਾ ਨਾਮ ਲੈ, ਸੱਚ ਉਪਦੇਸ਼ ਸੇਵਕ ਕੋ ਦੇ। ਇੱਥੇ ਉਸ ਗੁਰਮੁਖ ਦੀ ਵਿਆਖਿਆ ਕੀਤੀ ਗਈ ਹੈ ਜਿਹਦੇ ਵਿੱਚ ਇਹ ਦਾਤਾਂ ਪ੍ਰਗਟ ਹੋ ਜਾਂਦੀਆਂ ਨੇ। ਫਿਰ ਉਹਨੂੰ ਕੀ ਕਰਨਾ ਚਾਹੀਦਾ ਹੈ? ਉਹ 8 ਪਹਿਰ ਪ੍ਰਭੂ ਦੇ ਨਾਮ ਨੂੰ ਅੰਦਰ ਲੈ ਦਾ ਅਰਥ ਹੈ ਧਾਰਨ ਕਰ ਲਵੇ, ਔਰ ਸੱਚ ਉਪਦੇਸ਼ ਸੇਵਕ ਕੋ ਦੇ। ਜਿਹੜੇ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਵੀ ਉਪਦੇਸ਼ ਸੱਚ ਦਾ ਦੇਵੇ, ਉਹਨਾਂ ਨੂੰ ਲੇਵੀ ਨਾ ਲਾਏ, ਭਾਵ ਉਹਨਾਂ ਨੂੰ ਗੁੰਮਰਾਹ ਨਾ ਕਰੇ। ਤੁਸੀਂ ਆਮ ਤੌਰ 'ਤੇ ਵੇਖੋਗੇ ਸੰਸਾਰ ਵਿੱਚ ਬੜੇ ਲੋਕ ਨੇ, ਆਗੂ ਬਣਨ 'ਤੇ ਮਨ ਸਾਰਿਆਂ ਦਾ ਕਰਦਾ, ਉਪਦੇਸ਼ ਲੈਣ ਵਾਸਤੇ ਬੰਦਾ ਬਹੁਤ ਘੱਟ ਤਿਆਰ ਹੈ, ਉਪਦੇਸ਼ ਦੇਣ ਵਾਸਤੇ ਬੜਾ ਕਾਹਲਾ ਹੈ। ਹਰ ਇੱਕ ਦੇ ਮਨ ਦੀ ਭੁੱਖ ਹੈ ਵੀ ਮੈਂ ਵੀ 4 ਬੰਦਿਆਂ ਸਿਰ ਤੇ ਹੱਥ ਰੱਖ ਦੇ, ਬੜੀ ਮਨ ਦੀ ਇੱਛਾ ਹੈ, ਰਸ। ਪਰ ਸਤਿਗੁਰੂ ਕਹਿੰਦੇ ਜੇ ਤੂੰ ਉਪਦੇਸ਼ ਦੇਣਾ ਤੇ ਇੱਕ ਰੱਬ ਨਾਲ ਜੋੜ, ਲੋਕਾਂ ਨੂੰ ਹੋਰ ਭੁਲੇਖਿਆਂ ਵਿੱਚ ਨਾ ਪਾਈ ਕਿਤੇ। ਸੰਸਾਰ ਤੇ ਪਹਿਲਾਂ ਹੀ ਭਰਮਾਂ ਵਿੱਚ, ਭੁਲੇਖਿਆਂ ਵਿੱਚ ਬਹੁਤ ਡਿੱਗਾ ਹੋਇਆ। ਨਾਮ ਨਾਲ, ਤਤ ਨਾਲ ਜੋੜ ਉਹਨਾਂ ਨੂੰ, ਗੁਰੂ ਚਰਨਾਂ ਨਾਲ, ਗੁਰਬਾਣੀ ਨਾਲ ਸਾਂਝ ਪਵਾ। ਹੋਰ ਭਰਮਾਂ ਵਿੱਚ, ਝੂਠ ਵਿੱਚ ਉਹਨਾਂ ਨੂੰ ਨਾ ਫਸਾਈ ਕਿਤੇ। ਇੱਥੇ ਕਹਿੰਦੇ ਸੱਚ ਉਪਦੇਸ਼ ਸੇਵਕ ਕੋ ਦੇ। ਫਿਰ ਕਹਿੰਦੇ ਮੋਹ ਮਾਇਆ ਕੈ ਸੰਗ ਨਾ ਲੇਪ। ਲੇਪ ਦਾ ਅਰਥ ਹੈ ਚੰਬੜ ਜਾਣਾ। ਜਿਵੇਂ ਇੱਕ ਮੱਖੀ ਗੁੜ ਖਾਣ ਜਾਂਦੀ ਤੇ ਉੱਥੇ ਉਹਦੇ ਖੰਭ ਚੰਬੜ ਜਾਂਦੇ, ਉੱਥੇ ਉਹਦੀ ਮੌਤ ਹੋ ਜਾਂਦੀ। ਉਸ ਰਸ ਵਿੱਚ ਆ ਕੇ ਉਹਦਾ ਜੀਵਨ ਸਮਾਪਤ ਹੋ ਜਾਂਦਾ ਹੈ। ਪਰ ਐਸੇ ਮਨੁੱਖ ਦੇ ਜੀਵਨ ਵਿੱਚ ਉਹ ਮੋਹ ਮਾਇਆ ਦੇ ਵਿੱਚ ਵੀ ਰਹਿੰਦਾ ਹੈ, ਪਰ ਉਹਦੇ ਨਾਲ ਚੰਬੜਦਾ ਨਹੀਂ, ਲੇਪ ਨਹੀਂ ਹੁੰਦਾ, ਉਹਦੇ ਵਿੱਚ ਫਸਦਾ ਨਹੀਂ। ਉਹਦੇ ਵਿੱਚ ਇੱਕ ਇਸ ਤਰ੍ਹਾਂ ਦੀ ਮੁਰਗਾਬੀ ਵਾਲੀ ਦਸ਼ਾ ਹੋ ਜਾਂਦੀ ਹੈ, ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ ਹੈ, ਪਾਣੀ ਵਿੱਚ ਟੁੱਬੀ ਵੀ ਮਾਰ ਲੈਂਦੀ ਹੈ, ਆਪਣਾ ਭੋਜਨ ਵੀ ਕੱਢ ਲਿਆਉਂਦੀ ਹੈ, ਪਰ ਜਦੋਂ ਮੁਰਗਾਬੀ ਉੱਡਦੀ ਹੈ ਉਹਦੇ ਖੰਭਾਂ ਨੂੰ ਫਿਰ ਪਾਣੀ ਨਹੀਂ ਲੱਗਦਾ, ਬਿਲਕੁਲ ਸੁੱਕੀ ਹੁੰਦੀ। ਇਸ ਤਰ੍ਹਾਂ ਜਿਹੜਾ ਗੁਰਮੁਖ ਹੈ ਉਹ ਸਰੀਰ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ ਕਈ ਵਾਰੀ ਪਦਾਰਥ ਦੀ ਵਰਤੋਂ ਕਰਦਾ ਹੈ, ਪਰ ਪਦਾਰਥ ਉਹਦੇ ਮਨ ਨੂੰ ਭਿਆਉਂਦਾ ਨਹੀਂ, ਭਾਵ ਉਹਨੂੰ ਪ੍ਰਭਾਵਿਤ ਨਹੀਂ ਕਰਦਾ, ਉਹਦੇ ਤੋਂ ਸੁੱਕਾ ਰਹਿੰਦਾ, ਬੇਪਰਵਾਹ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਕਿ ਮੋਹ ਮਾਇਆ ਕੈ ਸੰਗ ਨਾ ਲੇਪ। ਪਰ ਇਹ ਦਾਤ ਕਿਵੇਂ ਮਿਲਦੀ ਹੈ? ਕਹਿੰਦੇ ਮਨ ਮਹਿ ਰਾਖੈ ਹਰ ਹਰ ਏਕ। ਉਹਦੇ ਮਨ ਦੇ ਵਿੱਚ ਨਾਮ ਦੀ ਥੰਧਿਆਈ ਬਣੀ ਰਹਿੰਦੀ ਹੈ, ਜਿਸ ਕਰਕੇ ਮਾਇਆ ਦਾ ਪਾਣੀ ਉਹਨੂੰ ਜੰਗਾਲ ਨਹੀਂ ਲਾਉਂਦਾ। ਉਹਦੇ ਮਨ ਵਿੱਚ ਦਿਨ ਰਾਤ ਇੱਕ ਯਾਦ ਟਿਕੀ ਰਹਿੰਦੀ ਹੈ, ਅੰਧਕਾਰ ਦੀਪਕ ਪਰਗਾਸੇ, ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ। ਇਹ 3 ਚੀਜ਼ਾਂ ਆਪਸ ਵਿੱਚ ਜੁੜੀਆਂ ਨੇ। ਇੱਕ ਦਿਨ ਪਹਿਲਾਂ ਆਪਾਂ ਹੋਰ 3 ਚੀਜ਼ਾਂ ਦੀ ਵਿਚਾਰ ਕੀਤੀ ਸੀ। ਉਹਦੇ ਵਿੱਚ ਭਰਮ, ਭੈ ਤੇ ਦੁੱਖ, ਇਹ 3 ਚੀਜ਼ਾਂ ਆਈਆਂ ਸਨ। ਅੱਜ ਵੀ ਗੁਰੂ ਸਾਹਿਬ ਨੇ 3 ਚੀਜ਼ਾਂ ਵਰਤੀਆਂ ਨੇ, ਭਰਮ, ਮੋਹ ਤੇ ਦੁੱਖ, ਔਰ ਇਹਨਾਂ ਦਾ ਆਪਸ ਵਿੱਚ ਬੜਾ ਗਹਿਰਾ ਸੰਬੰਧ ਹੈ। ਮੋਹ ਕਰਕੇ ਭਰਮ ਪੈਦਾ ਹੁੰਦਾ ਹੈ, ਸੰਸਾਰ ਦੀ ਪਕੜ ਕਰਕੇ, ਕਿ ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਘਰ ਹੈ, ਇਹ ਮੇਰਾ ਨਾਂ ਹੈ। ਉਹਦੇ ਕਰਕੇ ਉਹਦੇ ਵਿੱਚ ਮੋਹ ਪੈਦਾ ਹੁੰਦਾ ਹੈ, ਤੇ ਮੋਹ ਕਰਕੇ ਉਹਨੂੰ ਆਪਣਾ ਸਮਝਦਾ ਹੈ, ਹਰ ਇੱਕ ਘਟਨਾ ਦੇ ਨਾਲ ਚੰਬੜ ਜਾਂਦਾ ਹੈ।
ਉਸ ਭਰਮ ਕਰਕੇ ਫਿਰ ਦੁੱਖ ਹੁੰਦਾ ਹੈ, ਕਿਉਂਕਿ ਜਿਹੜੇ ਥਾਂ ਤੇ ਮੋਹ ਹੈ ਉੱਥੇ ਕਈ ਚੀਜ਼ਾਂ ਵੱਧਦੀਆਂ ਨੇ, ਕਈ ਘਟਦੀਆਂ ਨੇ, ਕਦੀ ਪ੍ਰਾਪਤੀ ਹੁੰਦੀ, ਕਦੀ ਪ੍ਰਾਪਤੀ ਨਹੀਂ ਹੁੰਦੀ, ਕਦੀ ਸਫਲਤਾ ਹੁੰਦੀ, ਕਦੀ ਅਸਫਲਤਾ ਹੁੰਦੀ। ਸੰਸਾਰ ਤੇ ਹੈ ਹੀ ਇਸ ਤਰ੍ਹਾਂ ਦਾ। ਜੀਵਨ ਨੂੰ ਅਸੀਂ ਸਮਝਿਆ ਨਹੀਂ ਤਾਂ ਜਿੱਦਣ ਇਹ ਸਰੀਰ ਦੇ ਰਸ ਮਰ ਗਏ, ਸਰੀਰ ਦੇ ਰਸ ਮਰਦਿਆਂ ਹੀ ਉਸ ਅੰਮ੍ਰਿਤ ਦਾ ਦਰਵਾਜ਼ਾ ਖੁੱਲ੍ਹਣਾ ਸ਼ੁਰੂ ਹੋ ਗਿਆ, ਉਹਦੇ ਤੋਂ ਬਾਅਦ ਉਹ ਮਿਲੇਗਾ। ਤਾਂ ਇਹ ਰਸ ਪਹਿਲਾਂ ਮਰਦੇ ਨੇ, ਫਿਰ ਉਹ ਰਸ ਆਉਂਦਾ। ਇਹ ਰਸ ਛਾੜ ਤਾਂ ਉਹ ਰਸ ਆਵਾ, ਹਾਂ ਉਹ ਰਸ ਆਏ, ਇਹ ਰਸ ਨਹੀਂ ਭਾਵਾ। ਜਿੱਦਣ ਉਹ ਰਸ ਆ ਗਿਆ ਫਿਰ ਇਹ ਛੋਟੇ ਰਹਿ ਜਾਂਦੇ ਰਸ ਸੰਸਾਰ ਦੇ। ਇਸ ਕਰਕੇ ਕਹਿੰਦੇ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਦੁਆਰਾ ਇਸ ਹਰ ਰਸ ਨੂੰ ਪ੍ਰਾਪਤ ਕਰ ਸਕਦਾ ਹੈ। ਉਹ ਫਿਰ ਆਪਣੇ ਜੀਵਨ ਵਿੱਚ ਅਮਰ ਹੋ ਜਾਂਦਾ ਹੈ, ਮੌਤ ਤੋਂ ਪਾਰ ਚਲਾ ਜਾਂਦਾ ਹੈ। ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾਂ ਕੈ ਮਨ ਪ੍ਰਗਟੇ ਗੁਣ ਤਾਸ। ਐਸੇ ਪੁਰਖ ਦਾ, ਐਸੇ ਮਨੁੱਖ ਦਾ, ਐਸੀ ਸ਼ਖਸੀਅਤ ਦਾ ਜੀਵਨ ਦੇ ਤੌਰ ਤੇ ਕਦੀ ਵਿਨਾਸ਼ ਨਹੀਂ ਹੁੰਦਾ, ਕਦੀ ਉਹਦੀ ਸਮਾਪਤੀ ਨਹੀਂ ਹੁੰਦੀ, ਕਦੀ ਉਹਦੀ ਮੌਤ ਨਹੀਂ ਆਉਂਦੀ। ਜਿਹਦੇ ਮਨ ਦੇ ਵਿੱਚ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਜਾਂਦੇ ਨੇ, ਜਿਹੜੇ ਕਿ ਲੁਕ ਕੇ ਬੈਠੇ ਸਨ ਸਾਰਿਆਂ ਵਿੱਚ। ਗੁਪਤ ਤੌਰ ਤੇ ਅਸੀਂ ਉਹਨਾਂ ਨੂੰ ਆਪਣੇ ਵਿਚਾਰਾਂ ਦੀਆਂ ਚਾਦਰਾਂ ਪਾ ਕੇ ਲੁਕੋਇਆ ਹੋਇਆ ਸੀ, ਉਹਨੂੰ ਪ੍ਰਗਟ ਨਹੀਂ ਸੀ ਹੋਣ ਦਿੰਦੇ। ਉਹ ਪ੍ਰਗਟ ਹੋ ਗਏ, ਫਿਰ ਉਸ ਮਨੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, 8 ਪਹਿਰ ਹਰ ਕਾ ਨਾਮ ਲੈ, ਸੱਚ ਉਪਦੇਸ਼ ਸੇਵਕ ਕੋ ਦੇ। ਇੱਥੇ ਉਸ ਗੁਰਮੁਖ ਦੀ ਵਿਆਖਿਆ ਕੀਤੀ ਗਈ ਹੈ ਜਿਹਦੇ ਵਿੱਚ ਇਹ ਦਾਤਾਂ ਪ੍ਰਗਟ ਹੋ ਜਾਂਦੀਆਂ ਨੇ। ਫਿਰ ਉਹਨੂੰ ਕੀ ਕਰਨਾ ਚਾਹੀਦਾ ਹੈ? ਉਹ 8 ਪਹਿਰ ਪ੍ਰਭੂ ਦੇ ਨਾਮ ਨੂੰ ਅੰਦਰ ਲੈ ਦਾ ਅਰਥ ਹੈ ਧਾਰਨ ਕਰ ਲਵੇ, ਔਰ ਸੱਚ ਉਪਦੇਸ਼ ਸੇਵਕ ਕੋ ਦੇ। ਜਿਹੜੇ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਵੀ ਉਪਦੇਸ਼ ਸੱਚ ਦਾ ਦੇਵੇ, ਉਹਨਾਂ ਨੂੰ ਲੇਵੀ ਨਾ ਲਾਏ, ਭਾਵ ਉਹਨਾਂ ਨੂੰ ਗੁੰਮਰਾਹ ਨਾ ਕਰੇ। ਤੁਸੀਂ ਆਮ ਤੌਰ ਤੇ ਵੇਖੋਗੇ ਸੰਸਾਰ ਵਿੱਚ ਬੜੇ ਲੋਕ ਨੇ, ਆਗੂ ਬਣਨ ਤੇ ਮਨ ਸਾਰਿਆਂ ਦਾ ਕਰਦਾ ਹੈ, ਉਪਦੇਸ਼ ਲੈਣ ਵਾਸਤੇ ਬੰਦਾ ਬਹੁਤ ਘੱਟ ਤਿਆਰ ਹੈ, ਉਪਦੇਸ਼ ਦੇਣ ਵਾਸਤੇ ਬੜਾ ਕਾਹਲਾ ਹੈ। ਹਰ ਇੱਕ ਦੇ ਮਨ ਦੀ ਭੁੱਖ ਹੈ ਵੀ ਮੈਂ ਵੀ 4 ਬੰਦਿਆਂ ਸਿਰ ਤੇ ਹੱਥ ਰੱਖ ਦੇ, ਬੜੀ ਮਨ ਦੀ ਇੱਛਾ ਹੈ, ਰਸ। ਪਰ ਸਤਿਗੁਰੂ ਕਹਿੰਦੇ ਜੇ ਤੂੰ ਉਪਦੇਸ਼ ਦੇਣਾ ਤੇ ਇੱਕ ਰੱਬ ਨਾਲ ਜੋੜ, ਲੋਕਾਂ ਨੂੰ ਹੋਰ ਭੁਲੇਖਿਆਂ ਵਿੱਚ ਨਾ ਪਾਈ ਕਿਤੇ। ਸੰਸਾਰ ਤੇ ਪਹਿਲਾਂ ਹੀ ਭਰਮਾਂ ਵਿੱਚ, ਭੁਲੇਖਿਆਂ ਵਿੱਚ ਬਹੁਤ ਡਿੱਗਾ ਹੋਇਆ। ਨਾਮ ਨਾਲ, ਤਤ ਨਾਲ ਜੋੜ ਉਹਨਾਂ ਨੂੰ, ਗੁਰੂ ਚਰਨਾਂ ਨਾਲ, ਗੁਰਬਾਣੀ ਨਾਲ ਸਾਂਝ ਪਵਾ। ਹੋਰ ਭਰਮਾਂ ਵਿੱਚ, ਝੂਠ ਵਿੱਚ ਉਹਨਾਂ ਨੂੰ ਨਾ ਫਸਾਈ ਕਿਤੇ। ਇੱਥੇ ਕਹਿੰਦੇ ਸੱਚ ਉਪਦੇਸ਼ ਸੇਵਕ ਕੋ ਦੇ। ਫਿਰ ਕਹਿੰਦੇ ਮੋਹ ਮਾਇਆ ਕੈ ਸੰਗ ਨਾ ਲੇਪ। ਲੇਪ ਦਾ ਅਰਥ ਹੈ ਚੰਬੜ ਜਾਣਾ। ਜਿਵੇਂ ਇੱਕ ਮੱਖੀ ਗੁੜ ਖਾਣ ਜਾਂਦੀ ਤੇ ਉੱਥੇ ਉਹਦੇ ਖੰਭ ਚੰਬੜ ਜਾਂਦੇ, ਉੱਥੇ ਉਹਦੀ ਮੌਤ ਹੋ ਜਾਂਦੀ। ਉਸ ਰਸ ਵਿੱਚ ਆ ਕੇ ਉਹਦਾ ਜੀਵਨ ਸਮਾਪਤ ਹੋ ਜਾਂਦਾ ਹੈ। ਪਰ ਐਸੇ ਮਨੁੱਖ ਦੇ ਜੀਵਨ ਵਿੱਚ ਉਹ ਮੋਹ ਮਾਇਆ ਦੇ ਵਿੱਚ ਵੀ ਰਹਿੰਦਾ ਹੈ, ਪਰ ਉਹਦੇ ਨਾਲ ਚੰਬੜਦਾ ਨਹੀਂ, ਲੇਪ ਨਹੀਂ ਹੁੰਦਾ, ਉਹਦੇ ਵਿੱਚ ਫਸਦਾ ਨਹੀਂ। ਉਹਦੇ ਵਿੱਚ ਇੱਕ ਇਸ ਤਰ੍ਹਾਂ ਦੀ ਮੁਰਗਾਬੀ ਵਾਲੀ ਦਸ਼ਾ ਹੋ ਜਾਂਦੀ ਹੈ, ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ ਹੈ, ਪਾਣੀ ਵਿੱਚ ਟੁੱਬੀ ਵੀ ਮਾਰ ਲੈਂਦੀ ਹੈ, ਆਪਣਾ ਭੋਜਨ ਵੀ ਕੱਢ ਲਿਆਉਂਦੀ ਹੈ, ਪਰ ਜਦੋਂ ਮੁਰਗਾਬੀ ਉੱਡਦੀ ਉਹਦੇ ਖੰਭਾਂ ਨੂੰ ਫਿਰ ਪਾਣੀ ਨਹੀਂ ਲੱਗਦਾ, ਬਿਲਕੁਲ ਸੁੱਕੀ ਹੁੰਦੀ। ਇਸ ਤਰ੍ਹਾਂ ਜਿਹੜਾ ਗੁਰਮੁਖ ਹੈ ਉਹ ਸਰੀਰ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ ਕਈ ਵਾਰੀ ਪਦਾਰਥ ਦੀ ਵਰਤੋਂ ਕਰਦਾ ਹੈ, ਪਰ ਪਦਾਰਥ ਉਹਦੇ ਮਨ ਨੂੰ ਭਿਆਉਂਦਾ ਨਹੀਂ, ਭਾਵ ਉਹਨੂੰ ਪ੍ਰਭਾਵਿਤ ਨਹੀਂ ਕਰਦਾ, ਉਹਦੇ ਤੋਂ ਸੁੱਕਾ ਰਹਿੰਦਾ, ਬੇਪਰਵਾਹ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਕਿ ਮੋਹ ਮਾਇਆ ਕੈ ਸੰਗ ਨਾ ਲੇਪ। ਪਰ ਇਹ ਦਾਤ ਕਿਵੇਂ ਮਿਲਦੀ ਹੈ? ਕਹਿੰਦੇ ਮਨ ਮਹਿ ਰਾਖੈ ਹਰ ਹਰ ਏਕ। ਉਹਦੇ ਮਨ ਦੇ ਵਿੱਚ ਨਾਮ ਦੀ ਥਿੰਦਿਆਈ ਬਣੀ ਰਹਿੰਦੀ ਹੈ, ਜਿਸ ਕਰਕੇ ਮਾਇਆ ਦਾ ਪਾਣੀ ਉਹਨੂੰ ਜੰਗਾਲ ਨਹੀਂ ਲਾਉਂਦਾ। ਉਹਦੇ ਮਨ ਵਿੱਚ ਦਿਨ ਰਾਤ ਇੱਕ ਯਾਦ ਟਿਕੀ ਰਹਿੰਦੀ ਹੈ, ਅੰਧਕਾਰ ਦੀਪਕ ਪਰਗਾਸੇ, ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ। ਇਹ 3 ਚੀਜ਼ਾਂ ਆਪਸ ਵਿੱਚ ਜੁੜੀਆਂ ਨੇ।
ਇੱਕ ਦਿਨ ਪਹਿਲਾਂ ਆਪਾਂ ਹੋਰ 3 ਚੀਜ਼ਾਂ ਦੀ ਵਿਚਾਰ ਕੀਤੀ ਸੀ। ਉਹਦੇ ਵਿੱਚ ਭਰਮ, ਭੈ ਤੇ ਦੁੱਖ, ਇਹ 3 ਚੀਜ਼ਾਂ ਆਈਆਂ ਸਨ। ਅੱਜ ਵੀ ਗੁਰੂ ਸਾਹਿਬ ਨੇ 3 ਚੀਜ਼ਾਂ ਵਰਤੀਆਂ ਨੇ, ਭਰਮ, ਮੋਹ ਤੇ ਦੁੱਖ, ਔਰ ਇਹਨਾਂ ਦਾ ਆਪਸ ਵਿੱਚ ਬੜਾ ਗਹਿਰਾ ਸੰਬੰਧ ਹੈ। ਮੋਹ ਕਰਕੇ ਭਰਮ ਪੈਦਾ ਹੁੰਦਾ ਹੈ, ਸੰਸਾਰ ਦੀ ਪਕੜ ਕਰਕੇ ਕਿ ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਘਰ ਹੈ, ਇਹ ਮੇਰਾ ਨਾਂ ਹੈ। ਉਹਦੇ ਕਰਕੇ ਉਹਦੇ ਵਿੱਚ ਮੋਹ ਪੈਦਾ ਹੁੰਦਾ ਹੈ ਤੇ ਮੋਹ ਕਰਕੇ ਉਹਨੂੰ ਆਪਣਾ ਸਮਝਦਾ ਹੈ, ਹਰ ਇੱਕ ਘਟਨਾ ਦੇ ਨਾਲ ਚੰਬੜ ਜਾਂਦਾ ਹੈ। ਉਸ ਭਰਮ ਕਰਕੇ ਫਿਰ ਦੁੱਖ ਹੁੰਦਾ ਹੈ, ਕਿਉਂਕਿ ਜਿਹੜੇ ਥਾਂ ਤੇ ਮੋਹ ਹੈ ਉੱਥੇ ਕਈ ਚੀਜ਼ਾਂ ਵੱਧਦੀਆਂ ਨੇ, ਕਈ ਘਟਦੀਆਂ ਨੇ। ਕਦੀ ਪ੍ਰਾਪਤੀ ਹੁੰਦੀ, ਕਦੀ ਪ੍ਰਾਪਤੀ ਨਹੀਂ ਹੁੰਦੀ, ਕਦੀ ਸਫਲਤਾ ਹੁੰਦੀ, ਕਦੀ ਅਸਫਲਤਾ ਹੁੰਦੀ। ਸੰਸਾਰ ਤੇ ਹੈ ਹੀ ਇਸ ਤਰ੍ਹਾਂ ਦਾ। ਜੀਵਨ ਨੂੰ ਅਸੀਂ ਸਮਝਿਆ ਨਹੀਂ। ਜੀਵਨ ਦਵੈਤ ਨੂੰ ਕਹਿੰਦੇ ਨੇ, ਜਿੱਥੇ 2 ਚੀਜ਼ਾਂ ਟਕਰਾਉਣ ਉਹਨੂੰ ਜੀਵਨ ਕਹਿੰਦੇ ਨੇ। ਅਸੀਂ ਚਾਹੁੰਦੇ ਹਾਂ ਇੱਕ ਚੀਜ਼ ਹੋ ਜਾਏ, ਜੀਵਨ ਵੱਧਦਾ ਹੀ ਜਾਏ, ਜਿਵੇਂ ਅਸੀਂ ਕਹੀਏ ਉਸ ਤਰ੍ਹਾਂ ਹੀ ਹੁੰਦਾ ਜਾਏ, ਬਿਲਕੁਲ ਉਸੇ ਤਰ੍ਹਾਂ ਵਾਪਰਦਾ ਜਾਏ ਤੇ ਜੀਵਨ ਜੜ ਹੋ ਜਾਏਗਾ, ਪੱਥਰ ਹੋ ਜਾਏ, ਕੁਝ ਵੀ ਇਹਦੇ ਵਿੱਚ ਰਸ ਨਹੀਂ ਰਹੇਗਾ। ਮਨੁੱਖ ਨੂੰ ਇਸ਼ਨਾਨ ਕਰਨ ਦਾ ਸਵਾਦ ਤਾਂ ਆਉਂਦਾ ਜੇ ਪਹਿਲਾਂ ਗਰਮੀ ਲੱਗੀ ਹੋਵੇ। ਤੁਸੀਂ ਕਦੀ ਵੇਖਣਾ ਇਸ਼ਨਾਨ ਦਾ ਆਨੰਦ ਉਹਨਾਂ ਲੋਕਾਂ ਨੂੰ ਆਉਂਦਾ ਜਿਹੜੇ ਕੰਮ ਬਹੁਤ ਕਰਦੇ ਨੇ। ਪਾਣੀ ਦੇ ਕੀ ਅਰਥ ਨੇ, ਨਹਾਉਣ ਦਾ ਕੀ ਅਰਥ ਹੈ, ਇੱਕ ਕਾਮੇ ਨੂੰ ਪਤਾ ਹੈ, ਇੱਕ ਅਮੀਰ ਬੰਦੇ ਨੂੰ ਨਹੀਂ ਪਤਾ ਜਿਹੜਾ ਸਾਰਾ ਦਿਨ ਏਸੀ ਵਿੱਚ ਬੈਠਾ ਰਹਿੰਦਾ। ਉਹ ਤੇ ਜਿਵੇਂ ਦਾ ਅੰਦਰੋਂ ਨਿਕਲਿਆ ਉਵੇਂ ਦਾ ਨਹਾ ਕੇ ਆ ਗਿਆ, ਉਹਨੂੰ ਪਤਾ ਵੀ ਨਹੀਂ ਲੱਗਾ। ਜਿਹਦੇ ਜੀਵਨ ਵਿੱਚ 2 ਵਿਰੋਧੀ ਤੱਤ ਨੇ, ਪਹਿਲਾਂ ਉਹ ਗਰਮੀ ਵਿੱਚੋਂ ਨਿਕਲਦਾ ਤੇ ਫਿਰ ਇਸ਼ਨਾਨ ਕਰਦਾ, ਫਿਰ ਉਹਨੂੰ ਪਤਾ ਲੱਗਦਾ ਦੋਵਾਂ ਚੀਜ਼ਾਂ ਦਾ ਰਸ ਕੀ ਹੈ। ਇਸੇ ਤਰ੍ਹਾਂ ਜੀਵਨ ਦੇ ਵਿੱਚ ਜਿਹੜਾ ਹਰ ਇੱਕ ਪੱਖ ਹੈ, ਅਸੀਂ ਸੋਚਦੇ ਹਾਂ ਕਿ ਲਗਾਤਾਰ ਇੱਕੋ ਜਿਹਾ ਉਸੇ ਤਰ੍ਹਾਂ ਸੁੱਖ ਰਵੇ ਜਿਵੇਂ ਅਸੀਂ ਕਹਿੰਦੇ ਹਾਂ, ਪਰ ਸੁੱਖ ਦੀ ਕੀਮਤ ਦੁੱਖ ਕਰਕੇ ਹੈ, ਦਿਨ ਦੀ ਕੀਮਤ ਰਾਤ ਕਰਕੇ ਹੈ, ਸਰਦੀ ਦੀ ਕੀਮਤ ਗਰਮੀ ਕਰਕੇ ਹੈ। ਜੇ 2 ਵਿਰੋਧੀ ਤੱਤ ਨਾ ਹੋਣ ਤੇ ਇੱਥੋਂ ਦੇ ਸਾਰੇ ਰਸ ਗਵਾਚ ਜਾਣ। ਇਸ ਕਰਕੇ ਸਤਿਗੁਰੂ ਕਹਿੰਦੇ ਕਿ ਮਨੁੱਖ ਇਸ ਦੁਨੀਆ ਦੇ ਵਿੱਚ ਮੋਹ ਵਿੱਚ ਆ ਕੇ ਭਰਮ ਵਿੱਚ ਕਿਹੜੇ ਰਾਹ ਤੇ ਤੁਰ ਪੈਂਦਾ ਕਿ ਉਹ ਲਗਾਤਾਰ ਆਪਣੀ ਮਨ ਮਰਜ਼ੀ ਅਨੁਸਾਰ ਹੀ ਜੀਵਨ ਜਿਉਣਾ ਚਾਹੁੰਦਾ, ਜਦ ਕਿ ਜੀਵਨ ਇਸ ਮੈਤ ਨੂੰ, ਇਸ ਹਿਸਾਬ ਨੂੰ ਪ੍ਰਵਾਨ ਨਹੀਂ ਕਰਦਾ। ਕਦੀ ਵੀ ਕਿਸੇ ਕਾਗਜ਼ ਤੇ ਤਾਂ ਲਿਖਿਆ ਜਾਏਗਾ ਜੇ ਉਹਦੇ ਵਿੱਚ ਲਿਖਣ ਵਾਲੇ ਪੈਨ ਵਿੱਚ ਤੇ ਕਾਗਜ਼ ਵਿੱਚ ਦਵੈਤ ਹੋਵੇਗੀ। ਕਾਗਜ਼ ਸਫੈਦ ਹੋਵੇਗਾ, ਪੈਨ ਕਾਲਾ ਹੋਵੇਗਾ, ਤਾਂ ਅੱਖਰ ਦਿਸਣਗੇ। ਜੇ ਕਾਗਜ਼ ਵੀ ਸਫੈਦ ਹੈ, ਪੈਨ ਵੀ ਸਫੈਦ ਰੰਗ ਦਾ, ਅੱਖਰ ਕਿਵੇਂ ਦਿਸੇਗਾ? ਇਸ ਕਰਕੇ ਜੀਵਨ ਵਿੱਚ 2 ਚੀਜ਼ਾਂ ਆਉਣੀਆਂ ਸੁਭਾਵਿਕ ਨੇ। ਤਾਂ ਸਤਿਗੁਰੂ ਕਹਿ ਰਹੇ ਨੇ ਉਸ ਮਨੁੱਖ ਦੇ ਜੀਵਨ ਵਿੱਚੋਂ ਇਹ ਦਵੈਤ ਨਸ਼ਟ ਹੋ ਜਾਂਦੀ ਹੈ। ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ, ਨਸ ਕੇ ਨਿਕਲ ਗਏ, ਉਹਨਾਂ ਨੂੰ ਥਾਂ ਹੀ ਨਹੀਂ ਮਿਲਦਾ। ਅਸਲ ਵਿੱਚ ਇਹਨਾਂ ਚੀਜ਼ਾਂ ਦਾ ਸਰੂਪ ਹੀ ਕੋਈ ਨਹੀਂ। ਇਹ ਅਸੀਂ ਆਰਜੀ ਤੌਰ ਤੇ ਅੰਦਰ ਨਿਰਮਿਤ ਕੀਤੀਆਂ ਹੋਈਆਂ, ਬਣਾਈਆਂ ਹੋਈਆਂ। ਜਦੋਂ ਅੰਦਰੋਂ ਭਰਮ ਟੁੱਟਦਾ ਤੇ ਸਾਰੀਆਂ ਜਿਹੜੇ ਇਉਂ ਕਹੋ ਵੀ ਪਰਛਾਵਿਆਂ ਦਾ ਕੋਈ ਵਜੂਦ ਥੋੜ੍ਹੀ ਹੁੰਦਾ। ਜਦੋਂ ਅਸੀਂ ਤੁਰਨੇ ਆ ਪਰਛਾਵੇਂ ਕਿਉਂ ਨੇ? ਜਿੰਨੀਆਂ ਚੌਹਾਂ ਪਾਸੇ ਲਾਈਟਾਂ ਹੋਣਗੀਆਂ ਉਨੇ ਪਰਛਾਵੇਂ ਪੈਣਗੇ। ਪਰਛਾਵਿਆਂ ਦਾ ਕੋਈ ਵਜੂਦ ਨਹੀਂ। ਜਿਹੜੇ ਵਿਚਾਰ ਸਾਡੇ ਅੰਦਰ ਬਣੇ ਹੋਏ ਨੇ ਜਨਮ ਤੋਂ ਲੈ ਕੇ ਸਾਨੂੰ ਪਰਿਵਾਰ ਵੱਲੋਂ, ਸੰਸਾਰ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਆਪਣਾ ਕੋਈ ਵਜੂਦ ਨਹੀਂ। ਉਹ ਸਿਰਫ ਆਲੇ ਦੁਆਲੇ ਭਰਮ ਦੀਆਂ ਲਾਈਟਾਂ ਹਨ, ਜਿਹਦੇ ਕਰਕੇ ਪਰਛਾਵੇਂ ਪੈਂਦੇ ਨੇ, ਅਸੀਂ ਉਹਨਾਂ ਨੂੰ ਸੱਚ ਸਮਝ ਲੈਂਦੇ। ਤੇ ਜਦੋਂ ਮਨੁੱਖ ਇਹਨਾਂ ਲਾਈਟਾਂ ਤੋਂ ਪਾਰ ਚਲਾ ਜਾਂਦਾ, ਫਿਰ ਉਸ ਥਾਂ ਤੇ ਇੱਕੋ ਲਾਈਟ ਦੇ ਸਹਾਰੇ ਤੇ ਜਿੱਥੇ ਪਰਛਾਵਾਂ ਕੋਈ ਨਹੀਂ, ਅਸਲੀਅਤ ਨੂੰ ਸਮਝ ਲੈਂਦਾ ਹੈ, ਬਿਨਾਂ ਪਰਛਾਵੇਂ ਤੋਂ ਰਹਿੰਦਾ ਹੈ। ਤਾਂ ਇੱਥੇ ਸਤਿਗੁਰੂ ਕਹਿੰਦੇ ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈਂ ਰੱਖੈ ਹਰ ਹਰ ਏਕ। ਸਾਹਿਬ ਕਹਿੰਦੇ ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ। ਹਜੂਰ ਕਹਿੰਦੇ ਤਪਤ ਮਾਹੇ ਠਾਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਇਉਂ ਲੱਗਾ ਐਸੇ ਗੁਰਮੁਖ ਨੂੰ ਜਿਹਦੇ ਉੱਤੇ ਸਤਿਗੁਰ ਸਿੱਖ ਕੋ ਨਾਮ ਧਨ ਦੇ। ਜਿਸ ਸਿੱਖ ਨੂੰ ਗੁਰੂ ਨੇ ਨਾਮ ਦਾ ਧਨ ਦੇ ਦਿੱਤਾ, ਉਹਨੂੰ ਇੰਜ ਲੱਗਾ ਜਿਵੇਂ ਮੇਰੇ ਜੀਵਨ ਵਿੱਚ ਤਪਦੇ ਹੋਏ ਸਰੀਰ ਤੇ ਇੱਕ ਠੰਡ ਪੈ ਗਈ, ਇੱਕ ਤ੍ਰਿਪਤੀ ਮਿਲ ਗਈ। ਜੀਵਨ ਤਪ ਰਿਹਾ ਸੀ, ਕਿੰਨੀਆਂ ਚੀਜ਼ਾਂ ਨਾਲ ਤਪਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਜੀਓ ਤਪਤ ਹੈ ਬਾਰੋ ਬਾਰ। ਇੱਕ ਵਾਰੀ ਨਹੀਂ ਤਪਦਾ। ਸਾਧ ਸੰਗਤ ਜੀ, ਜਿਹੜਾ ਪ੍ਰਸ਼ਾਦਾ ਅਸੀਂ ਛਕਨੇ ਉਹ ਇੱਕੋ ਵਾਰੀ ਤਪਦਾ ਬਸ।
ਪੱਕ ਜਾਂਦਾ, ਉਹਨੂੰ ਖਾ ਲਿਆ ਜਾਂਦਾ। ਪਰ ਜੀਵਨ ਵੇਖੋ, ਸਵੇਰ ਤੋਂ ਸ਼ਾਮ ਤੱਕ ਅਸੀਂ ਕਿੰਨੀ ਵਾਰੀ ਤਪਨੇ ਹਾਂ। ਕਦੀ ਕ੍ਰੋਧ, ਕਦੀ ਹੋਰ ਕੋਈ ਮੋਹ ਆਉਂਦਾ ਜਾਂ ਲੋਭ, ਕਿੰਨੀ ਵਾਰੀ ਮਨੁੱਖ ਤਪਦਾ। ਤਾਂ ਸਾਹਿਬ ਨੇ ਕਿਹਾ ਜੀਓ ਤਪਤ ਹੈ ਬਾਰੋਂ ਬਾਰ। ਫਿਰ ਕਹਿੰਦੇ ਤਪ ਤਪ ਖਪੈ ਬਹੁਤ ਬੇਕਾਰ। ਤਪ ਤਪ ਕੇ ਖਪੀ ਜਾਂਦਾ, ਜੀਵਨ ਆਪਣਾ ਖਰਾਬ ਕਰ ਲੈਂਦਾ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਬਾਣੀ ਜਿਹਨੂੰ ਵਿਸਰ ਜਾਏ, ਗੁਰੂ ਦਾ ਉਪਦੇਸ਼ ਭੁੱਲ ਜਾਏ, ਉਹ ਇੱਕ ਰੋਗੀ ਵਾਂਗੂ ਵਿਲਕਦਾ ਹੈ, ਦੁਖੀ ਹੁੰਦਾ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਫਿਰ ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਇਹ ਕਿਉਂ ਹੁੰਦਾ ਹੈ, ਕਿਉਂ ਵਾਪਰਦਾ? ਸਤਿਗੁਰੂ ਉਹਦੇ ਕਾਰਨ ਦੱਸਦੇ ਨੇ। ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਇਹ ਤਪਣਾ ਕਿੱਥੋਂ ਸ਼ੁਰੂ ਹੁੰਦਾ ਹੈ? ਜਿਨ ਕੰਨ ਕੀਤੇ, ਜਿਨੇ ਤੈਨੂੰ ਕੰਨ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਨੱਕ ਦਿੱਤਾ ਹੈ, ਜਿਨ ਜਿਹਵਾ ਦਿੱਤੀ, ਜਿਨੇ ਰਸਨਾ ਦਿੱਤੀ ਹੈ, ਜਿਹਵਾ ਦਿੱਤੀ ਹੈ। ਇਹ ਸਾਰੀਆਂ ਚੀਜ਼ਾਂ ਬੋਲਾਂ ਤਾਤ। ਤਾਤ ਦਾ ਅਰਥ ਹੈ ਈਰਖਾ। ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੇ ਭਲਾ। ਇਹਨਾਂ ਵਿੱਚ ਈਰਖਾ ਵਸਦੀ ਹੈ, ਅੱਖਾਂ ਵਿੱਚ, ਕੰਨਾਂ ਵਿੱਚ, ਰਸਨਾ ਤੇ ਨਾਸਕਾ ਵਿੱਚ। ਇਹ ਈਰਖਾ ਕਰਦੇ ਨੇ। ਜਦੋਂ ਇਹਨਾਂ ਵਿੱਚ ਤਾਤ ਰਹਿੰਦੀ, ਭਾਵ ਈਰਖਾ ਰਹਿੰਦੀ, ਭਾਵ ਤ੍ਰਿਸ਼ਨਾ ਰਹਿੰਦੀ। ਇਹਦੇ ਕਈ ਅਰਥ ਹੋ ਸਕਦੇ ਨੇ। ਜਿਨ ਜਿਹਵਾ ਦਿੱਤੀ ਬੋਲੇ ਤਾਤ। ਫਿਰ ਕਹਿੰਦੇ ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਮਨ ਦੇ ਵਿੱਚ ਰੱਬ ਨੇ ਇੱਕ ਅੱਗ ਪਾਈ ਸੀ, ਉਸ ਅੱਗ ਨੂੰ ਕਹਿੰਦੇ ਨੇ ਤ੍ਰਿਸ਼ਨਾ, ਕਿਉਂਕਿ ਜੀਵਨ ਚੱਲਦਾ ਉਸ ਤ੍ਰਿਸ਼ਨਾ ਦੀ ਅੱਗ ਨਾਲ ਹੈ। ਪਰ ਉਹ ਅੱਗ ਇੰਨੀ ਅਸੀਂ ਵਧਾ ਲਈ ਕਿ ਉਹ ਤਵੇ ਦੇ ਉੱਪਰਲੇ ਪਾਸੇ ਚਲੀ ਗਈ। ਜੇ ਤੇ ਤਵੇ ਦੇ ਥੱਲੇ ਰਹਿੰਦੀ, ਘੱਟ ਪਰਸੈਂਟੇਜ ਵਿੱਚ ਪ੍ਰਸ਼ਾਦਾ ਵੀ ਪੱਕਣਾ ਸੀ। ਪਰ ਅੱਗ ਅਸੀਂ ਜ਼ਿਆਦਾ ਖੋਲ ਦਿੱਤੀ, ਉਹਨੇ ਤਵੇ ਦੇ ਸਾਈਡਾਂ ਤੋਂ ਚੜ੍ਹ ਕੇ ਉਸ ਪ੍ਰਸ਼ਾਦੇ ਨੂੰ ਬਾਹਰੋਂ ਸਾੜ ਕੇ ਸੁਆਹ ਕਰ ਦਿੱਤਾ। ਜੀਵਨ ਸੜ ਗਿਆ ਉਸ ਤ੍ਰਿਸ਼ਨਾ ਕਰਕੇ। ਤ੍ਰਿਸ਼ਨਾ ਕਰਕੇ ਜੀਵਨ ਚੱਲਣਾ ਵੀ ਸੀ। ਇਸ ਕਰਕੇ ਕਹਿੰਦੇ ਜਿਨ ਮਨ ਰਾਖਿਆ ਅਗਨੀ ਪਾਏ, ਉਹਦੀ ਅੱਗ ਵੱਧ ਗਈ। ਵਾਜੈ ਪਵਨ ਆਖੈ ਸਭ ਜਾਏ। ਫਿਰ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ, ਸਭੇ ਕਾਲਖ ਦਾਗਾ ਦਾਗ। ਜਿੰਨੀਆਂ ਪਦਾਰਥਾਂ ਦੀਆਂ ਪ੍ਰੀਤਾਂ ਸਨ, ਉਹਨਾਂ ਨਾਲ ਮੋਹ ਸੀ, ਉਹਨਾਂ ਨਾਲ ਪਕੜ ਸੀ, ਉਹਨਾਂ ਦੇ ਪਿੱਛੇ ਧਿਆਨ ਲੱਗਾ ਰਹਿੰਦਾ ਸੀ। ਉਹਦੇ ਦਾਗ ਅੰਦਰ ਆਤਮਾ ਨੂੰ ਲੱਗ ਗਏ। ਅੰਦਰ ਆਤਮਾ ਜਿਹੜਾ ਉਹ ਦਾਗੋ ਦਾਗ ਹੋ ਗਿਆ। ਸਭਾ ਕਾਲਖ ਦਾਗਾ ਦਾਗ। ਫਿਰ ਕਹਿੰਦੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹ ਬੈਸਣ ਨਾਹੀ ਜਾਏ। ਜਦੋਂ ਕੋਈ ਮਨੁੱਖ ਇਸ ਦੇਹ ਨੂੰ ਤਿਆਗ ਕੇ ਰੱਬ ਦੇ ਘਰ ਵਿੱਚ ਜਾਂਦਾ ਹੈ ਤੇ ਸਰੀਰ ਤੇ ਪਿੱਛੇ ਰਹਿ ਜਾਂਦਾ ਹੈ। ਜਿਹੜੇ ਕੰਮ ਕੀਤੇ ਹੁੰਦੇ ਉਹਨਾਂ ਦੇ ਦਾਗ ਪ੍ਰਗਟ ਹੋ ਜਾਂਦੇ ਨੇ ਸਾਹਮਣੇ। ਵੇਂਦਾ ਵੀ ਇਹ ਕੰਮ ਕਿੱਥੋਂ ਕੀਤੇ ਸਨ, ਕਿੱਥੋਂ ਦਾਗ ਲੱਗ ਗਏ। ਇਸ ਕਰਕੇ ਦਰਗਾਹ ਵਿੱਚ ਪਹਿਚਾਨਿਆ ਜਾਂਦਾ, ਉਹਦੇ ਦਾਗ ਚਮਕਦੇ ਨੇ, ਦਿਸਦੇ ਨੇ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹ ਬੈਸਣ ਨਾਹੀ ਜਾਏ। ਫਿਰ ਬੇਨਤੀ ਕੀਤੀ, ਮਹਾਰਾਜ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਅਖੀਰ ਤੇ ਸਤਿਗੁਰਾਂ ਨੇ ਬਚਨ ਕੀਤੇ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਜੇ ਕੋ ਡੂਬੈ, ਇਹਦੇ ਵਿੱਚ ਇਸ਼ਾਰਾ ਕਰਦੇ ਨੇ ਉਹ ਮੁਰਦਾ ਸਦਾ ਲਈ ਤਰਨ ਲੱਗ ਪੈਂਦਾ ਜਿਹੜਾ ਇੱਕ ਵਾਰੀ ਡੁੱਬ ਗਿਆ। ਤੁਸੀਂ ਕਦੀ ਵੇਖਿਆ ਹੋਵੇਗਾ ਮੁਰਦੇ ਨੂੰ ਪਾਣੀ ਨਹੀਂ ਡੋਬਦਾ, ਜਿਉਂਦੇ ਆਦਮੀ ਨੂੰ ਡੋਬਦਾ ਹੈ, ਮਰੇ ਆਦਮੀ ਨੂੰ ਨਹੀਂ ਡੋਬਦਾ। ਇਹਦਾ ਭਾਵ ਹੈ ਕਿ ਜੇ ਕੋਈ ਮਨੁੱਖ ਜੀਵਨ ਦੇ ਤੌਰ ਤੇ ਪਹਿਲਾਂ ਗੁਰੂ ਕੇ ਸ਼ਬਦ ਦੀ, ਗੁਰਬਾਣੀ ਦੀ ਨਦੀ ਵਿੱਚ ਆਪਣੇ ਮਨ ਨੂੰ ਪੂਰੀ ਤਰ੍ਹਾਂ ਡੋਬ ਕੇ ਮਾਰਦਾ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਪੂਰੀ ਤਰ੍ਹਾਂ ਆਪਣੇ ਆਪੇ ਨੂੰ ਗੁਰਬਾਣੀ ਦੇ ਸਮੁੰਦਰ ਵਿੱਚ ਡੋਬ ਕੇ ਮਾਰਦਾ ਇਸ ਮਨ ਨੂੰ, ਤੇ ਮਰਨ ਤੋਂ ਬਾਅਦ ਫਿਰ ਉਹ ਤਰਨ ਲੱਗ ਪੈਂਦਾ। ਜੇ ਕੋ ਡੂਬੈ ਫਿਰ ਹੋਵੈ ਸਾਰ,
ਫਿਰ ਸਾਰ ਤੱਤ ਲੱਭ ਜਾਂਦਾ ਉਹਦੀ ਜ਼ਿੰਦਗੀ ਦਾ, ਫਿਰ ਨਹੀਂ ਉਸ ਨੂੰ ਕੋਈ ਡੋਬ ਸਕਦਾ। ਫਿਰ ਗੁਰੂ ਨੇ ਤਾਰ ਦਿੱਤਾ, ਹੁਣ ਅਸੀਂ ਖੁਦ ਤਰ ਰਹੇ ਹਾਂ। ਨਾਨਕ ਸਾਚਾ ਸਰਬ ਦਾਤਾਰ, ਉਹ ਦਾਤਾ ਸੱਚਾ ਹੈ, ਰਹਿਮਤ ਕਰਨ ਵਾਲਾ ਹੈ। ਇਸ ਕਰਕੇ ਉਹਦੇ ਜੀਵਨ ਦੇ ਵਿੱਚ ਕਹਿੰਦੇ ਠੰਡ ਵਰਤ ਗਈ। ਤੇ ਤਪਸ਼ ਕਿਉਂ ਹੈ? ਤਪਸ਼ ਦੇ ਅਰਥ ਵਿੱਚ ਇਹ ਸ਼ਬਦ ਆਪ ਜੀ ਨਾਲ ਸਾਂਝਾ ਕੀਤਾ ਗਿਆ। ਉਸ ਤਪਤ ਦੇ ਵਿੱਚ ਗੁਰੂ ਦੀ ਕਿਰਪਾ ਦੁਆਰਾ ਕਹਿੰਦੇ ਤਪਤ ਮਾਹੇ ਠੰਡ ਵਰਤਾਈ, ਠੰਡ ਪੈ ਗਈ ਜੀਵਨ ਵਿੱਚ। ਜਿਹਨੂੰ ਸਾਹਿਬ ਕਹਿੰਦੇ ਬਾਣੀ ਵਿੱਚ ਬਚਨ ਕੀਤੇ ਹਜ਼ੂਰ ਨੇ, ਕਹਿੰਦੇ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਸੀਤਲ ਨਾਮ ਨੇ ਜੀਵਨ ਦਾ ਤਪਦਾ ਹੋਇਆ ਕੜਾਇਆ ਕਹਿੰਦੇ ਸ਼ਾਂਤ ਕਰ ਦਿੱਤਾ, ਬੁਝਾ ਦਿੱਤਾ। ਆਨੰਦ ਭਇਆ ਦੁੱਖ ਨਾਠੇ ਭਾਈ, ਦੁੱਖ ਜਿਹੜੇ ਸਨ ਇਹ ਕੱਢਿਆਂ ਨਹੀਂ ਨਿਕਲਦੇ। ਇਹ ਸਾਧ ਸੰਗਤ ਜਦੋਂ ਨੱਸਣ ਨਾ ਆਪ ਭੱਜਦੇ ਨੇ, ਕੱਢਿਆਂ ਦੁੱਖ ਨਹੀਂ ਜੇ ਨਿਕਲਦਾ, ਖਿਆਲ ਰੱਖੋ। ਗੁਰਬਾਣੀ ਵਿੱਚ ਕਿਤੇ ਵੀ ਆਇਆ ਉੱਥੇ ਇਹ ਨਹੀਂ ਲਿਖਿਆ ਵੀ ਕਿਸੇ ਬੰਦੇ ਨੇ ਆਪਣਾ ਦੁੱਖ ਆਪ ਕੱਢ ਦਿੱਤਾ। ਬਸ ਇਹ ਲਿਖਿਆ ਵੀ ਦੁੱਖ ਨੱਸ ਗਿਆ, ਦੌੜ ਗਿਆ, ਭੱਜ ਗਿਆ। ਇਹਨਾਂ ਸ਼ਬਦਾਂ ਨੂੰ ਸਮਝਣਾ, ਕਿਉਂਕਿ ਦੁੱਖ ਦਾ ਵਿਰੋਧੀ ਤੱਤ ਜਦੋਂ ਅੰਦਰ ਜਾਏਗਾ ਨਾ ਨਾਮ, ਦੁੱਖ ਨੂੰ ਉੱਥੇ ਟਿਕਣ ਲਈ ਥਾਂ ਨਹੀਂ ਮਿਲਦੀ। ਉਹਦੇ ਤੋਂ ਪਹਿਲਾਂ ਇਹਨੂੰ ਜਿੰਨਾ ਮਰਜ਼ੀ ਕੱਢੋ, ਉਹ ਫਿਰ ਅੰਦਰ ਆ ਜਾਂਦਾ। ਆਨੰਦ ਭਇਆ ਦੁੱਖ ਨਾਠੇ ਭਾਈ। ਫਿਰ ਕਹਿੰਦੇ ਜਨਮ ਮਰਨ ਕੇ ਮਿਟੇ ਅੰਦੇਸੇ, ਜਿਹੜੇ ਅੰਦੇਸ਼ੇ ਸਨ, ਮਨ ਵਿੱਚ ਸ਼ੱਕ ਸੀ, ਸ਼ੰਕੇ ਸਨ, ਉਹ ਜਨਮ ਤੇ ਮਰਨ ਦੇ ਸਾਰੇ ਨਸ ਗਏ, ਮਿਟ ਗਏ। ਸਾਧੂ ਕੇ ਪੂਰਨ ਉਪਦੇਸੇ, ਪੂਰੇ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਔਰ ਉਸ ਦੁਆਰਾ ਅੰਦੇਸ਼ੇ ਮਿਟ ਗਏ। ਕਹਿੰਦੇ ਭਉ ਚੂਕਾ ਨਿਰਭਉ ਹੋਏ ਬਸੇ, ਭਉ ਖਤਮ ਹੋ ਗਿਆ। ਭਉ ਸੀ ਭਰਮ ਕਰਕੇ, ਮੋਹ ਕਰਕੇ, ਉਹ ਭਉ ਵਿੱਚੋਂ ਖਤਮ ਹੋ ਗਿਆ, ਨਿਰਭਉ ਹੋ ਗਏ। ਸਗਲ ਵਿਆਦ ਮਨ ਤੇ ਖੈ ਨਸੇ, ਮਨ ਦੇ ਉੱਤੇ ਜਿਹੜੇ ਵਿਆਧੀਆਂ ਸਨ ਨਾ, ਕਈ ਪ੍ਰਕਾਰ ਦੀਆਂ ਆਦਤਾਂ, ਕਈ ਇਸ ਤਰ੍ਹਾਂ ਦੇ ਰੋਗ ਨੇ ਸਾਡੇ ਮਨ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਜਿਹੜੇ ਅਸੀਂ ਖਤਮ ਕਰਨਾ ਚਾਹੁੰਦੇ ਹਾਂ, ਹੁੰਦੇ ਨਹੀਂ। ਉਹ ਖੈ ਸਾਰੇ ਨਸ ਗਏ, ਭਾਵ ਉਹਨਾਂ ਦਾ ਨਾਸ਼ ਹੋ ਗਿਆ। ਜਿਸ ਕਾ ਸਾਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਇਹ ਸਾਰਾ ਜਿਹਦਾ ਕਾਰਜ ਸੀ ਪੂਰੇ ਗੁਰੂ ਦਾ, ਉਹਨੇ ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ। ਔਰ ਸਾਧ ਸੰਗਤ ਵਿੱਚ ਮੁਰਦੈਤ ਨੂੰ ਮਾਰਨ ਵਾਲਾ, ਵਿਕਾਰਾਂ ਨੂੰ ਮਾਰਨ ਵਾਲਾ ਪ੍ਰਭੂ, ਉਹਦਾ ਨਾਮ ਜਪਿਆ ਗਿਆ। ਥਿਤ ਪਾਈ ਚੁੱਕੇ ਭ੍ਰਮ ਗਵਨ, ਥਿਤ ਦਾ ਅਰਥ ਇੱਕ ਥਾਂ ਲੱਭ ਲੈਣੀ, ਟਿਕਾਣਾ ਮਿਲ ਜਾਣਾ। ਜੀਵਨ ਵਿੱਚ ਇੱਕ ਥਿਤ ਥਾਂ, ਟਿਕਾਣਾ, ਗੁਰੂ ਕਾ ਸ਼ਬਦ ਪ੍ਰਾਪਤ ਹੋ ਗਿਆ। ਔਰ ਭਰਮਣ ਜਿਹੜੇ ਸਨ, ਮਨ ਦਾ ਭਰਮਣ ਸੀ, ਮਨ ਦਾ ਦੌੜਨਾ ਸੀ, ਚੂਕੇ ਦਾ ਅਰਥ ਖਤਮ ਹੋ ਗਿਆ, ਗਮਨ ਖਤਮ ਹੋ ਗਿਆ। ਗਮਨ ਦਾ ਅਰਥ ਦੌੜਨਾ। ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ। ਹੁਣ ਉਹ ਆਪਣੇ ਕੰਨਾਂ ਨਾਲ ਵਾਹਿਗੁਰੂ ਦਾ ਹਰ ਜਸ, ਉਹਦੀ ਉਸਤਤ ਨਿਰੰਤਰ ਆਪਣੇ ਅੰਦਰੋਂ ਸੁਣੀ ਜਾਂਦਾ ਹੈ। ਅਖੀਰਲੇ ਅੰਕ ਵਿੱਚ ਹਜ਼ੂਰ ਬਚਨ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਹੀ ਮੋਹੀ। ਨਿਰਗੁਣ ਦਾ ਅਰਥ ਹੈ ਜੋ ਦਿਸਦਾ ਨਹੀਂ, ਹੈ ਜ਼ਰੂਰ, ਦਿਸਣ ਵਿੱਚ ਨਹੀਂ ਆਉਂਦਾ। ਸਰਗੁਣ ਦਾ ਭਾਵ ਹੈ ਜੋ ਸਾਹਮਣੇ ਪ੍ਰਗਟ ਦਿਸ ਰਿਹਾ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਜਿਨਨੇ ਕਲਾ ਧਾਰਨ ਕਰਕੇ ਸਾਰੀ ਸ੍ਰਿਸ਼ਟੀ ਨੂੰ ਮੋਹਿਆ ਹੋਇਆ ਹੈ। ਹਜ਼ੂਰ ਕਹਿੰਦੇ ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਇਹ ਸਾਰੇ ਚਰਿੱਤਰ ਸੰਸਾਰ ਦੇ ਵਿੱਚ ਜਿਹੜੇ ਵਰਤ ਰਹੇ ਨੇ, ਇਹ ਸਾਰੇ ਉਹਨੇ ਆਪ ਬਣਾਏ ਨੇ, ਆਪ ਪੈਦਾ ਕੀਤੇ ਨੇ। ਔਰ ਆਪਣੀ ਕੀਮਤ ਨੂੰ ਉਹ ਆਪ ਹੀ ਪਾਉਂਦਾ ਹੈ, ਆਪ ਹੀ ਜਾਣਦਾ ਹੈ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੂਸਰਾ ਕੋਈ ਵੀ ਨਹੀਂ। ਇੱਕ ਦਾ ਹੀ ਸਾਰਾ ਪਸਾਰ, ਇੱਕ ਤੋਂ ਅਨੇਕ ਬਣੇ ਹਨ।
ਸਾਰਿਆਂ ਦੇ ਵਿੱਚ ਸਰਬ ਨਿਰੰਤਰ ਇੱਕੋ ਹੀ ਸਮਾਇਆ ਹੋਇਆ ਹੈ। ਹਜ਼ੂਰ ਕਹਿੰਦੇ ਓਤ ਪੋਤ ਰਵਿਆ ਰੂਪ ਰੰਗ। ਓਤ ਪੋਤ ਦਾ ਮਤਲਬ ਹੈ ਜਿਵੇਂ ਕਿਸੇ ਕੱਪੜੇ ਦੇ ਉੱਤੇ ਕੁਝ ਪਰੋਇਆ ਜਾਂਦਾ ਹੈ, ਕੋਈ ਫੁੱਲ ਬਣਾਇਆ ਜਾਂਦਾ ਧਾਗੇ ਨਾਲ, ਇਸ ਤਰ੍ਹਾਂ ਉਹ ਸਾਰੇ ਸਰੀਰਾਂ ਦੇ ਉੱਤੇ ਸੁੰਦਰਤਾ ਬਣ ਕੇ ਸਾਰਿਆਂ ਹੀ ਸਰੀਰਾਂ ਦੇ ਉੱਤੇ ਰਵਿਆ ਰੂਪ ਰੰਗ, ਰੂਪ ਤੇ ਰੰਗ ਬਣ ਕੇ ਸਾਰੀਆਂ ਦੇਹਾਂ ਦੇ ਉੱਤੇ ਪਰੋਇਆ ਹੋਇਆ ਹੈ। ਭੈ ਪ੍ਰਗਾਸ ਸਾਧ ਕੈ ਸੰਗ। ਇਹ ਪ੍ਰਗਾਸ ਦਾ ਭਾਵ ਹੈ, ਇਹ ਸਮਝ, ਇਹ ਗਿਆਨ, ਇਹ ਬਖਸ਼ਿਸ਼ ਸਾਧ ਸੰਗਤ ਵਿੱਚ ਗੁਰੂ ਦੀ ਕਿਰਪਾ ਦੁਆਰਾ ਮਿਲਦੀ ਹੈ। ਰਚ ਰਚਨਾ ਆਪਣੀ ਕਲ ਧਾਰੀ, ਅਨੇਕ ਬਾਰ ਨਾਨਕ ਬਲਿਹਾਰੀ। ਇਹ ਸਾਰੀ ਜਿਹੜੀ ਰਚਨਾ ਹੈ ਆਪਣੀ ਕਲਾ ਧਾਰਨ ਕਰਕੇ ਆਪਣੀ ਸ਼ਕਤੀ ਦੁਆਰਾ ਉਸਨੇ ਸਾਰੀ ਰਚਨਾ ਨੂੰ ਬਣਾਇਆ ਹੋਇਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਅਨੇਕ ਵਾਰ, ਕਈ ਵਾਰ ਉਹਦੇ ਤੋਂ ਬਲਿਹਾਰ ਹਾਂ, ਉਹਦੇ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ 18ਵੀਂ ਅਸ਼ਟਪਦੀ ਵਿੱਚ ਇਹ ਬਖਸ਼ਾਂ ਕਰ ਰਹੇ ਨੇ। ਆਓ ਹੁਣ ਸਮੇਂ ਦੀ ਸਮਾਪਤੀ ਹੈ। ਆਨੰਦ ਸਾਹਿਬ ਬਾਣੀ ਦਾ ਪਾਠ ਅਰਦਾਸ ਵਿੱਚ ਜੁੜਨ ਦਾ ਯਤਨ ਕਰੀਏ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ